वाहेगुरु साहिब जी। राग गौड़ी पूर्वी 52 अखरी कबीर जियो की। एक ओंकार सतनाम करता पुरख गुर प्रसाद। 52 यशर लोक त्रै सब कच इनहि माय। ये अखर किर जाएंगे ओए अखर इनमें नाय। जहाँ बोलते अक्षर आवा जय बोलते मन न रहावा। बोले बोल मद है सोई जस्यो है तस लखे न कोई। अल्लाह लाहो तो क्या कहो कहो तो को पुकार। बटक बीज में रव रहे हो जाको 3 लोक बिस्तार। अल्लाह लहंता भेद कच अल्लाह लहंता भेद शह। कश कश पायो भेद उल्ट भेद मन बेदियो पायो अपंग अशेद। तुर्क त्रिकत जानिए हिंदू वेद पुराण। मन समझावन कारण कछुअक पड़िए ज्ञान। ज्ञान ध्यान किश कर्म न जाना। सार न जाना तेरी सब दे वड्डा सतगुर नानक। सब ते वड्डा सतगुर नानक। जिन कल राखी मेरी ज़ारा ज़हूर हाजरा हजूर सर्व कला भरपूर। लोक परलोक दे रखे भगत वशल ज्ञान दे सागर 10 पातशाहियों दी जोत धन धन श्री गुरु ग्रंथ साहिब महाराज जी। गुरुआं भट्टां भगतां सिखां दी इलाही बाणी तुरकी बाणी। गुरु जोत शब्द स्वरूप धन धन श्री गुरु ग्रंथ साहिब महाराज जी। सतगुरु जी की पावन पवित्र गोद हजूरी दे विच गुरु प्यारी साध संगत जी गुरु शब्द दे नाल जुड़ बैठे हैं और सतगुरु जी की असीस मेहर कृपा दे पात्र बन रहे हैं। पात्र लफ्ज बहुत प्यारा है। पात्र पात्र जदों नावल पढ़िया जाता है वनगी पढ़ी जाती वार्तक पढ़ी जाती है उहदे विच सो ये चीज़ां आउंदियां हन। सो पात्र असी इत्थे गुरु दे बनना है। गुरु दे पात्र मेहर दे पात्र कृपा दे पात्र प्रेम दे पात्र गुरु दे पात्र। ते जदों कोई पात्र बन जाए वो अपने पिता नू अपने परम पिता परमात्मा नू समझ लैंदा है मिल पैंदा। जिवें कोई कहे भी उन्होंने किवें मिलिया जाता है। एक सवाल जी कोई कहे भी किसी ने पूछा जाए तू मिलिया वो कहे हाँ मैं मिलिया। फिर उसनों पूछा जाए तू उसनों किवें मिलिया।
ਉਹ ਦੱਸ ਵੀ ਦਵੇ ਵੀ ਇੱਦਾਂ ਮਿਲੀ। ਜੇ ਫਿਰ ਪੁੱਛਿਆ ਜਾਏ ਜਦੋਂ ਉਹਨੂੰ ਮਿਲੀਦਾ ਉਹ ਕਿਵੇਂ ਦਾ ਦਿਸਦਾ, ਉਹਦਾ ਸਰੂਪ ਕਿਵੇਂ ਦਾ ਹੁੰਦਾ ਹੈ, ਉਦੋਂ ਮਹਿਸੂਸ ਕੀ ਹੁੰਦਾ ਹੈ, ਉਦੋਂ ਖੁਸ਼ੀ ਕੀ ਹੁੰਦੀ ਹੈ, ਉਦੋਂ ਕਿਵੇਂ ਲੱਗਦਾ ਹੈ। ਤੇ ਭਗਤ ਕਬੀਰ ਜੀ ਦਾ ਸ਼ਬਦ ਅਸੀਂ ਵਿਚਾਰ ਵਿੱਚ ਲਿਆਉਣਾ ਤੇ ਉਹਨਾਂ ਨੇ ਦੱਸ ਦੇਣਾ ਸਾਨੂੰ ਵੀ ਕੀ ਹੁੰਦਾ ਹੈ। ਕਬੀਰ ਜੀ ਕਹਿੰਦੇ, ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ। ਜਾਂ ਇੰਝ ਕਹਿ ਦਈਏ ਕਿਸੇ ਦੇ ਘਰ ਬਹੁਤ ਚਿਰ ਬਾਅਦ ਖੁਸ਼ੀ ਆਈ ਹੋਵੇ, ਕੋਈ ਬੱਚਾ ਜਾਂ ਬੱਚੀ ਪੈਦਾ ਹੋਈ ਹੋਵੇ, ਲੜਕਾ ਜਾਂ ਲੜਕੀ, ਬਹੁਤ ਚਿਰ ਬਾਅਦ ਜੇ ਉਹਨੂੰ ਜਾ ਕੇ ਪੁੱਛਿਆ ਜਾਵੇ ਤੈਨੂੰ ਖੁਸ਼ੀ ਕਿੰਨੀ ਹੈ, ਉਹ ਆਖੇਗੀ ਜਾਂ ਆਖੇਗਾ ਬਹੁਤ ਜ਼ਿਆਦਾ। ਜੇ ਪੁੱਛਣ ਵਾਲਾ ਕਹੇ ਵੀ ਬਹੁਤ ਜ਼ਿਆਦਾ ਤੇ ਹੈ, ਮੈਨੂੰ ਜਿਹੜੀ ਖੁਸ਼ੀ ਹੈ ਉਹ ਮੈਨੂੰ ਦਿਖਾ ਦੇ ਇੱਕ ਵਾਰੀ, ਤੈਨੂੰ ਕਿੰਨੀ ਖੁਸ਼ੀ, ਉਹ ਕਹੇਗਾ ਵੀ ਹੱਦ ਹੀ ਕੋਈ ਨਹੀਂ, ਮੈਂ ਖੁਸ਼ੀ ਬਿਆਨ ਹੀ ਨਹੀਂ ਕਰ ਸਕਦਾ, ਮੈਨੂੰ ਇੰਨੀ ਖੁਸ਼ੀ ਹੈ। ਕਿਸੇ ਦੇ ਘਰ ਦੇਰ ਬਾਅਦ ਧੀ ਪੁੱਤਰ ਜੰਮੇ, ਉਹਨੂੰ ਪੁੱਛਿਆ ਜਾਏ ਤੂੰ ਖੁਸ਼ੀ ਦੱਸ, ਉਹ ਕਹਿੰਦਾ ਨਾ ਮੈਂ ਲਿਖ ਕੇ ਦੱਸ ਸਕਦਾ, ਨਾ ਮੈਂ ਬਿਆਨ ਕਰ ਸਕਦਾ, ਮੇਰੇ ਕੋਲ ਅੱਖਰ ਹੀ ਨਹੀਂ। ਜਿਹੜੀ ਚੀਜ਼ ਅੱਖਰਾਂ ਦੇ ਨਾਲ ਬਿਆਨ ਕੀਤੀ ਜਾ ਸਕੇ ਉਹ ਰੱਬ ਨਹੀਂ ਹੋ ਸਕਦੀ। ਜਿਸ ਨੂੰ ਅਸੀਂ ਰੱਬ, ਗੋਡ, ਵਾਹਿਗੁਰੂ, ਪ੍ਰਭੂ, ਭਗਵਾਨ, ਈਸ਼ਵਰ, ਅੱਲਾ, ਖੁਦਾ ਕਹਿੰਦੇ ਆ, ਜੇ ਉਹਦੀ ਕੋਈ ਹੱਦ ਬੰਨਾ ਦੱਸ ਦਿੰਦਾ ਵੀ ਆ ਉਹਦੀ ਹੱਦ ਹੈ ਤੇ ਉਹ ਝੂਠ ਬੋਲਦਾ, ਜਾਂ ਤੇ ਉਹ ਝੂਠ ਬੋਲਦਾ ਜਾਂ ਉਸਨੂੰ ਪਤਾ ਨਹੀਂ। ਕਿਉਂਕਿ ਇੱਕ ਪਰਮਾਤਮਾ ਹੀ ਹੈ ਜਿਸ ਦਾ ਕੋਈ ਹੱਦ ਬੰਨਾ ਨਹੀਂ ਹੈ। ਉਹ ਬੇਅੰਤ ਹੈ, ਅਬਨਾਸੀ ਹੈ, ਅਥਾਹ ਹੈ, ਅਗਾਹ ਹੈ। ਅਬਨਾਸੀ ਜੀਵਨ ਕੋ ਦਾਤਾ, ਸਿਮਰਤ ਸਭ ਮਲ ਖੋਈ। ਉਹ ਇਸ ਤਰ੍ਹਾਂ ਹੈ ਜਿਵੇਂ ਸਾਡਾ ਮਨ ਹੈ, ਉਹ ਇਸ ਤਰ੍ਹਾਂ ਹੈ ਜਿਵੇਂ ਸਾਡੀ ਆਤਮਾ ਹੈ, ਉਹ ਇਸ ਤਰ੍ਹਾਂ ਹੈ ਜਿਵੇਂ ਸਾਡੀ ਖੁਸ਼ੀ ਹੈ, ਉਹ ਇਸ ਤਰ੍ਹਾਂ ਹੈ ਜਿਵੇਂ ਸਾਨੂੰ ਅੰਦਰੋਂ ਸਕੂਨ, ਆਨੰਦ ਹੈ, ਇੱਕ ਅਹਿਸਾਸ ਹੈ, ਇੱਕ ਭਾਵ ਹੈ, ਇੱਕ ਭਾਵਨਾ ਹੈ। ਜਿੰਜ ਵੀ ਕਹਿ ਸਕਦੇ ਹਾਂ ਪ੍ਰੇਮ ਦਾ ਦੂਜਾ ਨਾਮ ਹੈ ਪਰਮਾਤਮਾ। ਪ੍ਰੇਮ ਦਾ ਦੂਸਰਾ ਨਾਮ ਹੈ ਪਰਮਾਤਮਾ। ਕੋਈ ਵੀ ਚੀਜ਼ ਚਾਹੇ ਜੜ ਦੇ ਰੂਪ ਦੇ ਵਿੱਚ ਹੈ, ਕੋਈ ਵੀ ਚੀਜ਼ ਚਾਹੇ ਚੇਤਨ ਦੇ ਰੂਪ ਦੇ ਵਿੱਚ ਹੈ, ਕੋਈ ਵੀ ਚੀਜ਼ ਚਾਹੇ ਨਿਰਗੁਣ ਦੇ ਰੂਪ ਦੇ ਵਿੱਚ ਹੈ, ਕੋਈ ਵੀ ਚੀਜ਼ ਚਾਹੇ ਸਰਗੁਣ ਦੇ ਰੂਪ ਦੇ ਵਿੱਚ ਹੈ, ਚਾਹੇ ਕੋਈ ਚੀਜ਼ ਤੁਰ ਰਹੀ ਹੈ, ਚਾਹੇ ਕੋਈ ਚੀਜ਼ ਖੜੀ ਜਾਂ ਖਲੋਤੀ ਹੈ, ਸਟੈਂਡ ਹੈ, ਉਹਨਾਂ ਸਾਰਿਆਂ ਦੇ ਵਿੱਚ ਪਰਮ ਪਿਤਾ ਪਰਮਾਤਮਾ ਦੀ ਉਹ ਰੱਬੀ ਜੋਤ ਹੈ। ਕਿਉਂਕਿ ਆਪੇ ਭਾਂਡੇ ਸਾਜੀਅਨ, ਆਪੇ ਪੂਰਨ ਦੇ, ਇੱਕ ਨੀ ਦੁੱਧ ਸਮਾਈਐ, ਇੱਕ ਚੁੱਲ੍ਹੇ ਰਣ ਚੜੇ। ਆਪੀ ਨੇ ਆਪ ਸਾਜੋ, ਆਪੀ ਨੇ ਰਚਿਓ ਨਾਉ, ਦੋਈ ਕੁਦਰਤ ਸਾਜੀਏ, ਕਰਿ ਆਸਣ ਡਿਠੋ ਚਾਓ। ਇਹ ਸਾਰਾ ਜੀਵ, ਨਰਜੀਵ, ਪਸ਼ੂ, ਪੰਛੀ, ਦਰਿਆ, ਪਹਾੜ, ਸਾਗਰ, ਸਮੁੰਦਰ, ਜੋ ਕੁਝ ਵੀ ਹੈ ਇਹ ਪਰਮਾਤਮਾ ਨੇ ਹੀ ਬਣਾਇਆ ਹੋਇਆ। ਤੁਸੀਂ ਪਹਾੜ ਦੇਖੋ, ਕਿੱਡੇ ਕਿੱਡੇ ਪਹਾੜ ਹੈ। ਇੱਥੋਂ ਹੀ ਸਾਨੂੰ 20 ਕਿਲੋਮੀਟਰ ਚਲੇ ਜਾਈਏ ਇੱਧਰਲੇ ਸਾਈਡ ਤੇ ਉੱਧਰੋਂ ਸਾਨੂੰ ਵੱਡੇ ਵੱਡੇ ਉੱਚੇ ਉੱਚੇ ਪਹਾੜ ਦਿਸਣੇ ਸ਼ੁਰੂ ਹੋ ਜਾਂਦੇ ਨੇ, ਬਹੁਤ ਜ਼ਿਆਦਾ। ਪਹਾੜੀ ਹਿਮਾਚਲ ਵਿੱਚ ਚਲੇ ਜਾਈਏ ਤੇ ਬਹੁਤ ਸਾਰੇ ਪਹਾੜ ਨੇ, ਮੈਦਾਨੀ ਇਲਾਕਾ ਹੀ ਬਹੁਤ ਘੱਟ ਦਿਸਦਾ। ਤੇ ਫਿਰ ਉਹ ਸੋਚਣਾ ਚਾਹੀਦਾ ਹੈ ਵੀ ਉਹ ਪਹਾੜ ਕਿਧਰੇ ਬੰਦਿਆਂ ਨੇ ਮਿੱਟੀ ਢੋ ਢੋ ਕੇ ਥੋੜ੍ਹਾ ਬਣਾਈ ਹੈ, ਇਹ ਕੁਦਰਤ ਨੇ ਸਭ ਕੁਝ ਬਣਾਇਆ। ਕੁਦਰਤ ਆਪੀ ਨੇ ਆਪ ਸਾਜਿਓ। ਤੇ ਜਦੋਂ ਕੋਈ ਬੰਦਾ ਐਸੀ ਅਚਰਜ ਚੀਜ਼ ਦੇਖਦਾ ਫਿਰ ਕਹਿੰਦਾ ਵਾਹ ਵਾਹ ਵਾਹ, ਬਲਹਾਰੀ ਕੁਦਰਤ ਵਸਿਆ, ਤੇਰਾ ਅੰਤ ਨ ਜਾਈ, ਲਖਿਆ ਰਹਾਓ ਜਾਤ ਮਹਿ ਜੋਤ, ਜੋਤ ਮਹਿ ਜਾਤਾ ਕਲਕਲਾ ਭਰਪੂਰ ਰਹਿਆ। ਜਦੋਂ ਕੋਈ ਬੰਦਾ ਐਸੀ ਚੀਜ਼ ਦੇਖਦਾ ਨਾ ਫਿਰ ਕਹਿੰਦਾ ਵੀ ਇਹ ਕੁਦਰਤ ਹੈ।
ਜਦੋਂ ਕੋਈ ਐਸੀ ਅਚਰਜ ਚੀਜ਼ ਦੇਖਦਾ ਫਿਰ ਕਹਿੰਦਾ ਹਾਂ ਬਈ ਰੱਬ ਹੈ, ਇਹ ਕੁਦਰਤ ਹੈ, ਇਹ ਹੋ ਨਹੀਂ ਸਕਦਾ, ਇਹ ਕਿਵੇਂ ਹੋ ਗਈ। ਭਾਈ ਗੁਰਦਾਸ ਜੀ ਕਹਿੰਦੇ ਨੇ ਧਰਤੀ ਹੇਠ ਵਸੰਦਾ ਪਾਣੀ, ਪਾਣੀ ਜ਼ਿਆਦਾ ਹੈ, ਧਰਤੀ ਬਹੁਤ ਘੱਟ ਹੈ। ਨਾ ਕੋਈ ਥੱਲੇ ਪਿੱਲਰ ਲੱਗਿਆ ਜਿੱਥੇ ਅਸੀਂ ਬੈਠੇ ਆ, ਜਿਹੜੀ ਧਰਤੀ ਤੇ ਬੈਠੇ ਆ ਪਾਣੀ ਦੇ ਉੱਪਰ ਹੀ ਹੈ ਨਾ। ਥੱਲੇ ਕਿੰਨਾ ਪਾਣੀ ਹੈ, ਸਾਰੇ ਪਾਸੇ ਪਾਣੀ ਪਾਣੀ ਹੈ। ਧਰਤੀ ਹੇਠ ਵਸੰਦਾ ਪਾਣੀ। ਜੇ ਧਰਤੀ ਉਹ ਪਰਮਪਿਤਾ ਪ੍ਰਮਾਤਮਾ ਜਾਹੇ ਨਾ, ਦੇਖੋ 3 ਹਿੱਸੇ ਪਾਣੀ ਹੋਵੇ ਇੱਕ ਗਲਾਸ ਦੇ ਵਿੱਚ ਤੇ 2 ਚਮਚੇ ਖੰਡ ਪਾਓ, ਕਿੰਨਾ ਕੁ ਚਿਰ ਲੱਗਦਾ, ਘੁਲ ਜਾਂਦੀ ਹੈ, ਲੱਭਦੀ ਨਹੀਂ ਖੰਡ ਕਿੱਥੇ। ਇੰਨੇ ਪਾਣੀ ਦੇ ਵਿੱਚ ਧਰਤੀ ਬਿਲਕੁਲ ਥੋੜੀ ਹੈ, ਵਿੱਚ ਚਲੀ ਜਾਵੇ ਤੇ ਧਰਤੀ ਦਾ ਵਜੂਦ ਹੀ ਨਾ ਦਿਸੇ। ਜੇ ਇਹ ਦਿਸ ਰਹੀ ਹੈ ਤੇ ਇਹ ਪਰਮਾਤਮਾ ਹੈ, ਇਹ ਕੁਦਰਤ ਹੈ, ਇਹ ਕੁਦਰਤ ਹੈ। ਜੇ ਸਾਗਰ ਸ਼ਾਂਤ ਬੈਠੇ ਹੋਏ ਨੇ ਤੇ ਇਹ ਕੁਦਰਤ ਹੈ। ਜੇ ਇਹ ਜਿਹੜੇ ਦਰਖਤ ਬਿਲਕੁਲ ਚੁੱਪ ਕਰਕੇ ਬੈਠੇ ਹੋਏ ਹਨ ਨਾ, ਇਹ ਕੁਦਰਤ ਹੈ। ਤੇ ਜਦੋਂ ਇਹ ਆਪਣਾ ਰੂਪ ਦਰਖਤ ਦਿਖਾਉਂਦੇ ਨੇ ਤੇ ਜੜ੍ਹਾਂ ਦੇ ਵਿੱਚੋਂ ਪੱਟ ਦਿੰਦੇ ਨੇ ਸਭ ਕੁਝ, ਮਕਾਨ ਢਹਿ ਢੇਰੀ ਹੋ ਜਾਂਦੇ ਨੇ। ਜਦ ਕੁਦਰਤ ਰੂਪ ਦਿਖਾਲਦੀ ਹੈ, ਥੋੜੀ ਜਿਹੀ ਹਿਲਜੁਲ ਹੁੰਦੀ ਹੈ, ਬਿਲਡਿੰਗਾਂ ਡਿੱਗ ਜਾਂਦੀਆਂ ਨੇ। ਭੁਚਾਲ ਜਦ ਆਉਂਦਾ ਫਿਰ ਬੰਦਾ ਕਹਿੰਦਾ ਵੀ ਇਹ ਕੁਦਰਤ ਹੈ। ਸਾਇੰਸਟਿਸਟ ਨੂੰ ਕਹਿ ਵੀ ਇਹਨੂੰ ਸੰਗਲ ਪਾ ਕੇ ਖੜਾ ਕਰਦੇ, ਹੁਣ ਇਹਨੂੰ ਰੋਕ ਲੈ, ਭੁਚਾਲ ਨੂੰ। ਜਵਾਲਾਮੁਖੀ ਆ ਰਹੇ ਨੇ ਅੱਜ ਕੱਲ੍ਹ ਬਾਹਰ ਮੁਲਕਾਂ ਦੇ ਵਿੱਚ, ਉਹਨੂੰ ਰੋਕ, ਨਹੀਂ ਰੁਕਣਗੇ। ਸੂਰਜ ਚੜ ਰਿਹਾ ਨਾ, ਹੁਣ ਆ ਰਿਹਾ, ਸੂਰਜ ਤੁਰਿਆ ਹੋਇਆ। ਕੋਈ ਸਾਇੰਸਦਾਨ ਨੂੰ ਕਹੇ ਵੀ ਇਸ ਸੂਰਜ ਨੂੰ ਉਦੈ ਹੋਣ ਤੋਂ ਰੋਕ, ਉਹ ਰੋਕ ਨਹੀਂ ਸਕੇਗਾ, ਕਿਉਂਕਿ ਇਹ ਕੁਦਰਤ ਹੈ, ਕੋਈ ਤਾਕਤ ਹੈ, ਕੋਈ ਚੀਜ਼ ਹੈ ਜਿਹੜੀ ਨਿਰੰਤਰ ਚੱਲ ਰਹੀ ਹੈ, ਜਿਹੜੀ ਅੱਜ ਤੱਕ ਬਿਲਕੁਲ ਚੱਲ ਰਹੀ ਹੈ, ਖਤਮ ਨਹੀਂ ਹੋਈ। ਜਿਸ ਦਿਨ ਇਹ ਚੀਜ਼ ਖਤਮ ਹੋ ਜਾਏਗੀ, ਸੰਸਾਰ ਖਤਮ ਹੋ ਜਾਏਗਾ। ਹਵਾ, ਅੱਗ, ਪਾਣੀ, ਧਰਤੀ, ਆਕਾਸ਼, ਇਹਦੇ ਕਰਕੇ ਹੀ ਤੇ ਇਹ ਬਣਿਆ, ਇਹਦੇ ਸੁਮੇਲ ਤੋਂ ਹੀ ਤੇ 5 ਤੱਤਾਂ ਦੇ ਨਾਲ ਤੇ ਮਨੁੱਖ ਬਣਿਆ। ਜਦੋਂ ਇਹ ਚੀਜ਼ਾਂ ਨਾ ਰਹੀਆਂ ਤੇ ਇਹ ਵੀ ਨਹੀਂ ਰਹਿਣਾ। ਇਸ ਕਰਕੇ ਇਹ ਜੋ ਕੁਝ ਵੀ ਹੈ ਸੱਚੀ ਤੇਰੀ ਸਿਫਤ, ਸੱਚੀ ਸਲਾਹ, ਸੱਚੀ ਤੇਰੀ ਕੁਦਰਤ, ਸੱਚੇ ਪਾਤਸ਼ਾਹ। ਜੇ ਕੋਈ ਸਮਝਣਾ ਚਾਹੇ ਤੇ ਸਮਝ ਸਕਦਾ, ਜੇ ਕੋਈ ਨਾ ਸਮਝਣਾ ਚਾਹੇ ਤੇ ਅੰਧੇ ਏਕ ਨਾ ਲੱਗ ਗਈ ਜੋ ਬਾਂਸ ਬਜਾਈਏ ਫੂਕ। ਫਿਰ ਕਿਸੇ ਨੂੰ ਕੋਈ ਸਮਝ ਨਹੀਂ ਆਉਣੀ ਜੇ ਕੋਈ ਮੰਨਣਾ ਹੀ ਨਾ ਚਾਹੇ। ਇਹ ਤੇ ਮੰਨਣ ਵਾਲਾ ਮਾਰਗ ਹੈ, ਇਹ ਕਹਿਣ ਵਾਲਾ ਮਾਰਗ ਨਹੀਂ। ਗੁਰਮਤ ਮੰਨਣ ਵਾਲਾ ਮਾਰਗ ਹੈ, ਇਹ ਤੇ ਮੰਨਣਾ ਹੀ ਪੈਣਾ, ਇਹ ਤੇ ਮੰਨਣਾ ਹੀ ਪੈਣਾ। ਜਿਸ ਨੇ ਮੰਨਿਆ ਉਹ ਹੀ ਪਾਰ ਹੋਇਆ। ਮੰਨਣੀ ਉਹ ਚੀਜ਼ ਵੀ ਪੈਣੀ ਹੈ ਜਿਹੜੀ ਚੀਜ਼ ਹੋ ਨਹੀਂ ਸਕਦੀ। ਗੁਰੂਆਂ ਨੇ ਜਿਨ੍ਹਾਂ ਨੂੰ ਪਾਸ ਕੀਤਾ ਨਾ, ਉਹਨਾਂ ਨੇ ਉਹ ਪਰਚੇ ਪਾਏ, ਉਹ ਪੇਪਰ ਪਾਏ ਜਿਹੜਾ ਆਮ ਇਨਸਾਨ ਕਹਿੰਦਾ ਇਹ ਹੋ ਹੀ ਨਹੀਂ ਸਕਦਾ। ਜਿਵੇਂ ਬੜੀ ਵਾਰ ਤੁਸੀਂ ਸਰਵਣ ਕੀਤਾ, ਭਾਈ ਲੈਣੀ ਨੂੰ ਕਹਿੰਦੇ ਪਈ ਦਰਖਤ ਨੂੰ ਹਲਾਰਾ ਦੇ, ਹਲਾ, ਇਹਦੇ ਵਿੱਚੋਂ ਮਠਿਆਈ ਡਿੱਗੇਗੀ, ਮਠਿਆਈ ਚੜੇਗੀ। ਉਹ ਮੰਨਣ ਵਾਲੀ ਗੱਲ ਹੀ ਨਹੀਂ। ਜੇ ਕਿਸੇ ਨੂੰ ਕਹੀਏ ਭਈ ਆ ਛੱਤ ਤੋਂ ਮਠਿਆਈ ਡਿੱਗ ਪਈ, ਉਹਨਾਂ ਨੇ ਕਹਿਣਾ ਵੀ ਇਸ ਦੇ ਦਿਮਾਗ 'ਚ ਫਰਕ ਹੈ। ਇਹਦੇ ਫਰਕ ਹੈ। ਜਦੋਂ ਬਾਬਾ ਇੰਜ ਬੋਲੇ ਗੁਰੂ ਨਾਨਕ ਪਾਤਸ਼ਾਹ ਵੀ ਰੁੱਖ ਨੂੰ ਹਿਲਾਓ, ਹਿਲਾ ਭਾਈ ਲੈਣਿਆ, ਤੇ ਕਹਿੰਦੇ ਨੇ ਭਾਈ ਲੈਣਿਆ ਤੂੰ, ਤੇਰਾ ਦਿਮਾਗ ਸਹੀ ਹੈ, ਕਦੀ ਦਰਖਤ ਨੂੰ ਹਿਲਾਓ ਤੇ ਉੱਥੋਂ ਮਠਿਆਈ ਕੋਈ ਡਿੱਗਦੀ ਹੈ। ਉਹ ਭਾਈ ਲੈਣਾ ਕਹਿੰਦਾ ਮੈਨੂੰ ਕੀ ਲੱਗੇ ਇੱਥੋਂ ਕੀ ਡਿੱਗਣਾ ਕੀ ਨਹੀਂ ਡਿੱਗਣਾ, ਮੈਨੂੰ ਤੇ ਕੋਈ ਮਤਲਬ ਹੀ ਨਹੀਂ। ਮੈਨੂੰ ਇੰਨਾ ਪਤਾ ਵੀ ਮੇਰੇ ਸਤਿਗੁਰ ਨਿਰੰਕਾਰ ਦਾ ਹੁਕਮ ਹੈ, ਉਹ ਮੈਂ ਮੰਨਣਾ। ਮੈਨੂੰ ਕੇਵਲ ਹੁਕਮ ਦਿਖਦਾ, ਇੱਥੋਂ ਕੀ ਡਿੱਗਣਾ, ਕੀ ਸਫਲਤਾ, ਕੀ ਅਸਫਲਤਾ, ਮੈਨੂੰ ਉਹਦੇ ਨਾਲ ਦੇ ਮਤਲਬ ਹੀ ਕੋਈ ਨਹੀਂ। ਹੁਕਮ ਮੰਨਿਆ ਹੋਵੇ ਪ੍ਰਵਾਨ ਦਾ ਖਸਮੇ ਕਾ ਮੈਲ ਪਾਏ ਸੀ। ਰੀਠਾ ਜਿਹੜਾ ਹੁੰਦਾ ਉਹ ਦਾਖਾਂ ਵਰਗਾ, ਸੌਂਗੀ ਵਰਗਾ ਮਿੱਠਾ ਨਹੀਂ ਹੁੰਦਾ ਰੀਠਾ। ਪਰ ਬਾਬੇ ਨਾਨਕ ਦੇ ਰੀਠੇ ਮਿੱਠੇ ਨੇ। ਉਹ ਕਿਉਂ ਮਿੱਠੇ ਨੇ? ਕਿਉਂਕਿ ਉਹ ਜੋ ਚਾਹੇ ਕਰ ਸਕਦਾ।
ਅਸੀਂ ਨਹੀਂ ਕਰ ਸਕਦੇ, ਸਾਨੂੰ ਤਾਂ ਨਹੀਂ ਯਕੀਨ ਹੁੰਦਾ ਕਿਉਂਕਿ ਅਸੀਂ ਨਹੀਂ ਕਰ ਸਕਦੇ। ਦੇਖੋ ਜਾਦੂ ਵਾਲਾ ਜਾਦੂ ਦਿਖਾ ਕੇ ਪੈਸੇ ਵਟ ਲੈਂਦਾ, ਸ਼ੋਅ ਲਾ ਲਾ ਕੇ, ਕਿੰਨੀਆਂ ਮਹਿੰਗੀਆਂ ਮਹਿੰਗੀਆਂ ਟਿਕਟਾਂ। ਅਸੀਂ ਕਰਕੇ ਦਿਖਾ ਸਕਦੇ ਹਾਂ? ਨਹੀਂ। ਇੱਕ ਜਾਦੂਗਰ ਦੇਖੋ, ਇੱਕ ਆਮ ਜਾਦੂ ਕਰਕੇ ਤੇ ਉਹ ਪੈਸੇ ਇਕੱਠੇ ਕਰ ਲੈਂਦਾ, ਕਿੰਨੇ ਪੈਸੇ ਵੀ ਕੱਢੀ ਜਾਂਦਾ ਆਪਣੇ ਹੱਥਾਂ ਚੋਂ, ਜੇਬਾਂ ਚੋਂ। ਉਹਦੇ ਕੋਲ ਇੱਕ ਕਲਾ ਹੈ, ਉਹਦੇ ਕੋਲ ਇੱਕ ਕਲਾ ਹੈ। ਤੇ ਸੰਸਾਰ ਨੂੰ ਇੰਨਾ ਸੋਹਣਾ ਜਿਸ ਨੇ ਬਣਾਇਆ, ਇਹ ਵੀ ਤੇ ਇੱਕ ਕਲਾ ਹੀ ਹੈ। ਇੱਕ 4 ਖਾਨਿਆਂ ਦਾ ਮਕਾਨ ਨਹੀਂ ਸਾਰੀ ਜ਼ਿੰਦਗੀ ਵਿੱਚ ਬਣਦਾ ਇੱਕ ਦਿਹਾੜੀ ਦੱਪੇ ਕਰਨ ਵਾਲੇ ਕੋਲੋਂ। ਧਿਆਨ ਦੇਣਾ। ਤੇ ਜਿਹੜਾ ਇੰਨਾ ਸੰਸਾਰ ਹੈ, ਜੇ ਕੋਈ ਕਹੇ ਨਹੀਂ ਜੀ ਇਸ ਨੂੰ ਕਿਸੇ ਨੇ ਨਹੀਂ ਬਣਾਇਆ, ਆਪਣੇ ਆਪ ਬਣ ਗਿਆ। ਇਸ ਨੂੰ ਬਣਾਇਆ ਉਸ ਕਰਤੇ ਪੁਰਖ ਨੇ, ਆਪੀ ਨੇ ਆਪ ਸਾਜਿਓ। ਅਸੀਂ ਕਹਿੰਦੇ ਕਿਸੇ ਨੇ ਨਹੀਂ ਸਾਜਿਆ। ਤੇ ਜੇ ਕਿਸੇ ਨੂੰ ਕਹੇ ਵੀ ਤੂੰ ਘਰੋਂ ਬਾਹਰ ਚੱਲ ਜਾ ਤੇ ਤੇਰੇ ਘਰ ਦੇ ਉੱਪਰ ਇੱਕ ਘਰ ਹੋਰ ਆਪਣੇ ਆਪ ਰਾਤ ਨੂੰ ਪੈ ਜਾਏਗਾ, ਉਹ ਕਹੇਗਾ ਵੀ ਇਹ ਕਿੱਦਾਂ ਦੀ ਗੱਲ ਕਰਦੇ ਹੋ। ਕਿਸੇ ਨੂੰ ਕਹੀਏ ਕੋਈ ਬਾਹਰ ਗਿਆ ਹੋਵੇ, ਉਹਨੂੰ ਕਹੇ ਵੀ ਤੇਰੇ ਘਰ ਦੇ ਉੱਪਰ ਇੱਕ ਹੋਰ ਘਰ ਆਪਣੇ ਆਪ ਰਾਤੀ ਬਣ ਗਿਆ, ਉਹ ਕਹੇਗਾ ਵੀ ਤੇਰੇ ਦਿਮਾਗ 'ਚ ਫਰਕ ਹੈ। ਇੱਦਾਂ ਕੋਈ ਹੁੰਦਾ? ਆਪਣੇ ਆਪ ਥੋੜ੍ਹਾ ਬਣਦਾ। ਉਹਨੂੰ ਤੇ ਮਿਸਤਰੀ ਬਣਾਉਂਦਾ, ਉਹਨੂੰ ਤੇ ਕਾਰਪੈਂਟਰ ਬਣਾਉਂਦਾ, ਉਹਨੂੰ ਤੇ ਸਰੀਆ ਬੰਨਣ ਵਾਲੇ ਸਾਰੇ ਮਿਸਤਰੀ ਲੋਕ ਬਣਾਉਂਦੇ ਨੇ। ਆਪਣੇ ਆਪ ਕਿਵੇਂ ਘਰ ਬਣ ਜਾਂਦਾ ਹੈ? ਉਹ ਮੂਰਖ ਬੰਦੇ, ਜੇ ਛੋਟਾ ਜਿਹਾ 2-4 ਮਰਲੇ ਵਾਲਾ ਘਰ ਆਪਣੇ ਆਪ ਨਹੀਂ ਬਣਦਾ ਤੇ ਜਿਹੜਾ ਏਡਾ ਵੱਡਾ ਸੰਸਾਰ ਹੈ ਉਹ ਆਪਣੇ ਆਪ ਕਿਵੇਂ ਬਣ ਗਿਆ? ਉਸ ਨੂੰ ਵੀ ਬਣਾਉਣ ਵਾਲਾ ਪਰਮ ਪਿਤਾ ਪਰਮਾਤਮਾ। ਸੋ ਪਰਮਾਤਮਾ ਜਿਹੜਾ ਹੈ ਨਾ, ਅੱਜ ਦਾ ਜਿਹੜਾ ਸ਼ਬਦ ਹੈ ਨਾ, ਬਹੁਤ ਡੂੰਘਾਈ ਵਾਲਾ ਹੈ, ਬਹੁਤ ਡੂੰਘਾਈ ਵਾਲਾ ਹੈ, ਬਹੁਤ ਜ਼ਿਆਦਾ। ਭਗਤ ਕਬੀਰ ਜੀ ਦੀ ਬਾਣੀ ਹੈ, ਕਹਿੰਦੇ ਰਾਗ ਗੌੜੀ ਪੂਰਵੀ 52 ਅੱਖਰੀ ਕਬੀਰ ਜੀਓ ਕੀ। ਅਸੀਂ ਪੜ੍ਹਦੇ ਹਾਂ 35 ਅੱਖਰੀ, ਊੜਾ ਐੜੇ ਤੋਂ ਲੈ ਕੇ ਤੇ ਅੱਗੇ ਤੱਕ, ਸੱਸੇ ਪੈਰ ਬਿੰਦੀ ਸਾ ਬੋਲੇ। ਜਿਹਨੂੰ ਆਉਂਦਾ ਹੈ ਇਹ ਸਾਡੇ ਗੁਰੂਆਂ ਨੇ ਸਾਨੂੰ ਸਿਖਾਈ ਸੀ। ਊੜਾ ਐੜਾ ਜਿਹੜਾ ਚਲੋ ਨਾਲ ਹੀ ਬਚਨ ਚੱਲ ਪੈਂਦਾ। ਜਿਹਨੂੰ ਊੜਾ ਐੜਾ ਨਹੀਂ ਆਉਂਦਾ ਭਾਈ, ਉਹ ਖਾਲੀ ਸਮਝੇ ਪੰਜਾਬੀ ਤਾਂ ਹੀ ਹੈ ਜੇ ਉਹਨੂੰ ਊੜਾ ਐੜਾ ਆਉਂਦਾ। ਜੇ ਊੜਾ ਐੜਾ ਹੀ ਨਾ ਆਇਆ, ਜੇ ਸਾਡੇ ਬੱਚੇ ਜਿੱਥੇ ਪੜ੍ਹਦੇ ਨੇ ਸਕੂਲ ਦੇ ਵਿੱਚ, ਜੇ ਮੈਡਮਾਂ ਨੂੰ ਊੜਾ ਐੜਾ ਹੀ ਨਾ ਆਇਆ, ਮੈਂ ਤਾਂ ਪੁੱਛਦਾ ਉਹਨਾਂ ਊੜਾ ਐੜਾ ਆਉਂਦਾ? ਤੇ ਕਈ ਗੁੱਸਾ ਕਰ ਦਿੰਦੇ ਵੀ ਕਰੀ ਜਾਓ, ਤੁਸੀਂ ਪੰਜਾਬ 'ਚ ਰਹਿੰਦੇ ਹੋ, ਸਾਡੇ ਬੱਚਿਆਂ ਨੂੰ ਊੜਾ ਐੜਾ ਆਉਣਾ ਚਾਹੀਦਾ। ਅੰਗਰੇਜ਼ੀ ਥੋੜ੍ਹਾ ਪਰੋਸੀ ਜਾਣੀ ਹੈ, ਮਾਂ ਵੀ ਯਾਦ ਕਰਾਓ ਨਾ। ਊੜਾ ਐੜਾ ਈੜੀ ਸੱਸਾ ਹਾਹਾ ਕੱਕਾ ਖੱਖਾ ਗੱਗਾ ਘੱਗਾ ngੰਗਾ। ਤੁਸੀਂ ਇਹ ਨਾ ਸਮਝੋ ਭਾਈ ਜੀ ਕੀ ਬੋਲਣ ਲੱਗ ਪਏ। ਇੱਥੋਂ ਕੰਮ ਸ਼ੁਰੂ ਹੋਇਆ, ਇੱਥੋਂ ਸ਼ੁਰੂ ਹੋਇਆ। ਕੱਕਾ ਖੱਖਾ ਗੱਗਾ ਘੱਗਾ ngੰਗਾ ਚੱਚਾ ਛੱਛਾ ਜੱਜਾ ਚੱਜਾ ਨਈਆਂ ਟੈਂਕਾ ਠੱਠਾ ਡੱਡਾ ਟੱਡਾ ਨਾਣਾ ਤੱਤਾ ਥੱਥਾ ਦੱਦਾ ਧੱਦਾ ਨੰਨਾ ਪੱਪਾ ਫੱਫਾ ਬੱਬਾ ਭੱਬਾ ਮੰਮਾ ਯਈਆ ਰਾਰਾ ਲੱਲਾ ਵਾਵਾ ਰਾੜਾ। ਫਿਰ ਅੱਗੇ ਸੱਸ ਪਰ ਬਿੰਦੀ ਸਾ ਬੋਲੇ, ਕੱਖ ਕਰ ਬਿੰਦੀ ਖਾ ਬੋਲੇ, ਰਾਹ ਪਰ ਬਿੰਦੀ ਰਾ ਬੋਲੇ, ਫਾ ਪਰ ਬਿੰਦੀ ਫਾ ਬੋਲੇ, ਲਲ ਪਰ ਬਿੰਦੀ ਲਾ ਬੋਲੇ। ਸੋ ਖੈਰ ਕਹਿੰਦਾ ਮਤਲਬ ਹੈ ਵੀ ਸਾਨੂੰ ਅੱਜ ਦਾ ਸ਼ਬਦ ਆਇਆ ਨਾ, ਰਾਗ ਗੌੜੀ ਪੂਰਵੀ 52 ਅੱਖਰੀ ਕਬੀਰ ਜੀਓ ਕੀ। ਦੇਖੋ ਸਾਡੀ ਪ੍ਰਾਪਤੀ ਕੀ ਹੈ। ਮੈਂ ਬਹੁਤ ਵਿਸ਼ੇ ਤੁਹਾਡੇ ਨਾਲ ਸਾਂਝੇ ਕਰਦਾ ਹੁੰਦਾ ਬੱਚਿਆਂ ਦੀ ਕਲਾਸ ਦੇ ਵਿੱਚ ਵੀ। ਸਾਰੇ ਜਿੰਨੇ ਵੀ ਸੁਣਦੇ ਹੋ, ਕੋਈ ਦੇਸ਼ ਵਿਦੇਸ਼ ਸੁਣੇ, ਕੋਈ ਇੱਥੇ ਸੁਣੇ, ਬਾਹਰ ਸੁਣੇ, ਆਪਣੇ ਨਿਆਣਿਆਂ ਕੋਲੋਂ ਊੜਾ ਐੜਾ ਸੁਣਿਓ ਭਾਈ। ਜਿਹਦੇ ਸੁਣ ਲਿਆ ਤੇ ਮੈਂ ਕਹਾਂਗੇ ਪੰਜਾਬ ਦੇ ਪੁੱਤਰ ਤੇ ਧੀਆਂ। ਜੇ ਨਾ ਸੁਣਿਆ ਤੁਸੀਂ ਵੀ ਦੋਸ਼ੀ, ਤੁਹਾਡੇ ਬੱਚੇ ਵੀ ਦੋਸ਼ੀ, ਤੇ ਉਹ ਟੀਚਰ ਸਾਹਿਬਾਨ ਵੀ ਦੋਸ਼ੀ। ਜਿੱਥੇ ਰੁੱਗ ਭਰ ਕੇ ਅਸੀਂ ਫੀਸਾਂ ਦਿੱਤੀਆਂ ਤੇ ਨਿਆਣਿਆਂ ਨੂੰ ਊੜਾ ਐੜਾ ਹੀ ਨਾ ਆਇਆ, ਉਹਨਾਂ ਨੂੰ ਇਹ ਹੀ ਨਾ ਆਇਆ ਕੀ ਇਹ ਵੀ ਪੜ੍ਹਾਉਂਦੇ ਹੁੰਦੇ ਸੀ। ਕਿਸੇ ਸਕੂਲ ਦੇ ਵਿੱਚ 1% ਨੂੰ ਆਉਂਦਾ ਹੋਏਗਾ, ਮੈਨੂੰ ਪਤਾ ਹੈ। ਜਿਹੜਾ ਮਰਜ਼ੀ ਹੈ CBSE ਸਕੂਲ ਦੇ ਵਿੱਚ ਜਾ ਕੇ ਉਹਨਾਂ ਮੈਡਮਾਂ ਟੀਚਰਾਂ ਨੂੰ ਪੁੱਛ ਲਿਓ, ਕਿਆ ਕੱਕਾ ਮੁਕਤਾ ਕਾਕਨਾ ਕੀ ਸਿਹਾਰੀ ਕੀ ਵਿਹਾਰੀ ਕੂ ਔਂਕੜ ਕੂ ਦਲੈਂਕੜ ਕੇ ਲਾਮ ਕੇ ਦਲਾਵਿਆਂ ਕੋ ਹੋੜਾ ਕੌ ਕਨੋੜਾ ਕੰਗ ਟਿੱਪੀ ਬਿੰਦੀ। ਇਹ ਜਿਹੀਆਂ ਚੀਜ਼ਾਂ ਨੇ ਸਾਨੂੰ ਨਿੱਕੀਆਂ ਨਿੱਕੀਆਂ ਨੂੰ ਪੜ੍ਹਾਈਆਂ ਨੇ। ਤੇ ਅੰਗਰੇਜ਼ੀ ਵੀ ਸਾਨੂੰ ਆਉਂਦੀ, ਕਿਹੜੀ ਨਹੀਂ ਆਉਂਦੀ, ਪਰ ਮਾਂ ਤਾਂ ਨਹੀਂ ਨਾ ਭੁੱਲੀ। ਇੱਕ ਹੁੰਦੀ ਮਾਂ ਬੋਲੀ,
ਇੱਕ ਹੁੰਦੀ ਮਾਂ ਧਰਤੀ, ਮਾਤਾ ਧਰਤ, ਮਹੱਤ ਇੱਕ ਮਾਂ ਹੁੰਦੀ ਜਿਸ ਨੇ ਸਾਨੂੰ ਜੰਮਿਆ ਹੁੰਦਾ। ਤਿੰਨ ਮਾਵਾਂ ਨੇ। ਕਿਸੇ ਨੇ ਮਾਂ ਤਾਂ ਨਹੀਂ ਮਾਰ ਲਈ ਆਪਣੀ, ਮਾਂ ਬੋਲੀ ਵੀ ਮਾਂ ਹੈ। ਮੈਂ ਮਾਂ ਬੋਲੀ ਤੇ ਵੀ ਬੜਾ ਬੋਲਿਆ ਪਿਛਲੇ ਸਾਲਾਂ ਦੇ ਵਿੱਚ, ਔਰ ਰਿਕਾਰਡਿੰਗ ਹੈ। ਮਾਂ ਬੋਲੀ ਤਾਂ ਨਹੀਂ ਕਿਸੇ ਨੇ, ਮਾਂ ਮਰ ਜਾਏ ਤੇ ਬੰਦਾ ਮਰ ਜਾਂਦਾ, ਬਚਪਨ ਖਰਾਬ ਹੋ ਜਾਂਦਾ। ਤੇ ਜਿਹਦੀ ਮਾਂ ਬੋਲੀ ਮਰ ਗਈ ਬਈ, ਵਿਦੇਸ਼ ਦੇ ਵਿੱਚ ਉਹਨਾਂ ਨੂੰ ਸਲੂਟ ਹੈ, ਉਹਨਾਂ ਲੋਕਾਂ ਨੂੰ, ਵਿਦੇਸ਼ ਦੇ ਲੋਕਾਂ ਨੂੰ। ਉਹਨਾਂ ਦੇ ਪੇਰੈਂਟਸ ਜਿਹੜੇ ਨੇ ਪੰਜਾਬੀ ਸਪੈਸ਼ਲ ਉਹ ਗੁਰੂ ਘਰ ਵਿੱਚ ਪੜ੍ਹਾਉਂਦੇ ਨੇ। ਗੁਰੂ ਘਰ ਦੇ ਵਿੱਚ ਲਿਆ ਕੇ ਗ੍ਰੰਥੀ ਸਾਹਿਬਾਨਾਂ ਕੋਲ ਪੰਜਾਬੀ ਪੜ੍ਹਾਉਂਦੇ ਨੇ, ਔਰ ਉਹਨਾਂ ਨੂੰ ਗੁਰਮੁਖੀ ਜਿਹੜੀ ਹੈ ਉਹ ਸਿਖਾਉਂਦੇ ਨੇ। ਉਹਨਾਂ ਨੂੰ ਸ਼ੌਂਕ ਬੜਾ ਹੈ, ਉਹਨਾਂ ਨੂੰ ਇਹ ਹੈ ਵੀ ਕਿਤੇ ਸਾਡੇ ਬੱਚੇ ਇੱਧਰ ਆ ਕੇ ਭੁੱਲ ਨਾ ਜਾਣ। ਪਰ ਇੱਧਰ ਕੋਈ ਬਹੁਤ ਘੱਟ ਹੈ ਜਿਹੜੇ ਇਹਨਾਂ ਨੂੰ ਚਾਅ ਪੇਰੈਂਟਸ ਨੂੰ ਵੀ ਸਾਡੇ ਬੱਚੇ ਪੰਜਾਬੀ ਸਿੱਖਣ। ਪੰਜਾਬੀ ਤਾਂ ਲੱਗਦੀ ਹੈ ਜਿਵੇਂ ਬੜੀ ਕੋਈ ਗਰੀਬ ਜੀ ਭਾਸ਼ਾ ਹੁੰਦੀ ਹੈ। ਅੰਗਰੇਜ਼ੀ ਵੀ ਇੱਕ ਭਾਸ਼ਾ ਹੈ, ਪੰਜਾਬੀ ਵੀ ਇੱਕ ਭਾਸ਼ਾ ਹੈ, ਹਰ ਸਟੇਟ ਦੀ ਆਪਣੀ ਭਾਸ਼ਾ ਹੈ। ਆਪਣੀ ਮਾਂ ਬੋਲੀ ਦੇ ਸਾਨੂੰ ਮਾਣ ਹੋਣਾ ਚਾਹੀਦਾ। ਭਾਸ਼ਾ ਜਿਹੜੀ ਕੋਈ ਵੀ ਮਾੜੀ ਨਹੀਂ ਹੁੰਦੀ। ਜਿੱਥੇ ਅਸੀਂ ਜੰਮੇ ਪਲੇ ਹਾਂ, ਸਾਡੇ ਗੁਰੂਆਂ ਨੇ ਜੋ ਸਾਨੂੰ ਚੀਜ਼ ਸਿਖਾਈ ਹੈ, ਗੁਰਮੁਖੀ ਸਿਖਾਈ ਹੈ, ਉਹ ਸਾਨੂੰ ਸਿੱਖਣੀ ਚਾਹੀਦੀ ਹੈ ਪ੍ਰੋਪਰ। ਪਹਿਲਾਂ ਆਪਣੀ ਮਾਂ ਬੋਲੀ, ਉਸ ਤੋਂ ਬਾਅਦ ਬਾਕੀ ਬੋਲੀਆਂ। ਇਸ ਕਰਕੇ ਸਾਨੂੰ ਇਸ ਮਾਂ ਬੋਲੀ ਦੇ ਨਾਲ ਲੱਗੇ ਰਹਿਣਾ ਚਾਹੀਦਾ ਹੈ, ਲੱਗੇ ਰਹਿਣਾ ਚਾਹੀਦਾ। ਦੇਖੋ ਜੇ ਮਾਂ ਬੋਲੀ ਨਹੀਂ ਆਏਗੀ ਤੇ ਪਤਾ ਕਿੰਨੀ ਬੇਇੱਜ਼ਤੀ ਹੁੰਦੀ ਹੈ, ਬਹੁਤ ਬੇਇੱਜ਼ਤੀ ਹੁੰਦੀ ਹੈ, ਸੱਚੀ ਗੱਲ ਹੈ। ਆ ਸਾਡੇ ਹੁਣ ਵੱਡੇ ਵੱਡੇ ਗੁਸਤਾਖੀ ਮਾਫ, ਜੇ ਕੋਈ ਭਾਈ ਗੁੱਸਾ ਨਾ ਕਰਿਓ। ਹੁਣ ਜਿੱਥੇ ਵੀ ਕੋਈ ਸੇਵਾਵਾਂ ਮਿਲਦੀਆਂ ਨੇ, ਸੇਵਾਦਾਰ ਲੱਗਦੇ ਨੇ, ਤੇ ਜੇ ਉਹਨਾਂ ਨੂੰ ਪੰਜਾਬੀ ਨਾ ਆਵੇ ਤੇ ਫਿਰ ਕਿੰਨੀ ਸ਼ਰਮ ਦੀ ਗੱਲ ਹੈ। ਹੁਣ ਦਿੱਲੀ ਵਿੱਚ ਖਬਰ ਆ ਰਹੀ ਹੈ ਵੀ ਉੱਥੇ ਦੇ ਜਿਹੜੇ ਪ੍ਰਧਾਨ ਸਾਹਿਬ ਸੀ, ਮਨਜਿੰਦਰ ਸਿੰਘ ਜੀ ਸਿਰਸਾ ਸੀ, ਇਹ ਰਿਟਨ ਹੈ, ਕੋਈ ਗਲਤ ਤੇ ਹੈ ਨਹੀਂ। ਹਜ਼ਾਰਾਂ ਹੀ ਪੋਸਟਾਂ ਉਹ ਪੈ ਰਹੀਆਂ ਨੇ ਵੀ ਉਹਨਾਂ ਦਾ ਟੈਸਟ ਲਿਆ ਗਿਆ ਤੇ ਉਹਨਾਂ ਨੂੰ ਪੰਜਾਬੀ ਨਹੀਂ ਆਈ, ਉਹਨਾਂ ਨੂੰ ਪੰਜਾਬੀ ਨਹੀਂ ਆਈ, ਤੇ ਉਹ ਪੰਜਾਬੀ ਦੇ ਵਿੱਚੋਂ ਫੇਲ ਹੋ ਗਏ, ਪਾਸ ਨਹੀਂ ਹੋਏ, ਵਾਂਝੇ ਰਹਿ ਗਏ। ਤੇ ਹੁਣ ਉਹ ਦੁਬਾਰਾ ਮੇਰੇ ਹਿਸਾਬ ਨਾਲ ਜ਼ਰੂਰ ਪੰਜਾਬੀ ਸਿੱਖਣੇ। ਕੋਈ ਗੱਲ ਨਹੀਂ, ਸਿੱਖਣ ਦੀ ਕੋਈ ਉਮਰ ਨਹੀਂ ਹੈ, ਸਾਰੀ ਜ਼ਿੰਦਗੀ ਬੰਦਾ ਸਿੱਖਦਾ ਰਹਿੰਦਾ ਹੈ। ਵੀ ਜੇ ਇਹੀ ਚੀਜ਼ ਪਹਿਲਾਂ ਸਿੱਖੀ ਹੁੰਦੀ, ਨਮੋਸ਼ੀ ਦਾ ਸਾਹਮਣਾ ਨਾ ਕਰਨਾ ਪੈਂਦਾ। ਬਿਲਕੁਲ ਸਹੀ ਗੱਲ ਹੈ ਨਾ, ਉਹਨੂੰ ਨਮੋਸ਼ੀ ਦਾ ਸਾਹਮਣਾ ਨਾ ਕਰਨਾ ਪੈਂਦਾ। ਜਿੰਨੀ ਬਾਣੀ ਸਾਡੀ ਹੈ ਇਹ ਗੁਰਮੁਖੀ ਲਿਪੀ ਹੈ, ਤੇ ਇਸ ਨੂੰ ਜਿਹਨੇ ਪੜ੍ਹਨਾ ਉਹਨੂੰ ਪੰਜਾਬੀ ਤੇ ਆਉਣੀ ਚਾਹੀਦੀ, ਤਾਂ ਹੀ ਸਾਡੇ ਬੱਚੇ ਦੂਰ ਹੋ ਗਏ ਨਾ। ਇਸ ਕਰਕੇ ਚਾਹੇ ਗੁਰਦੁਆਰੇ ਦੇ ਗ੍ਰੰਥੀ ਹੈ, ਚਾਹੇ ਗੁਰਦੁਆਰੇ ਸਾਹਿਬ ਦੇ ਪ੍ਰਬੰਧਕ ਹੈ, ਉਹਨਾਂ ਨੂੰ ਪੰਜਾਬੀ ਲਿਖਣੀ ਪੜ੍ਹਨੀ ਵਧੀਆ ਆਉਣੀ ਚਾਹੀਦੀ ਹੈ। ਸਾਡੀ ਮਾਂ ਹੈ, ਮਾਂ ਬੋਲੀ ਹੈ। ਇਹ ਸਾਨੂੰ ਯੋਗਤਾ ਜਿਹੜੀ ਸਾਡੇ ਅੰਦਰ ਚਾਹੀਦੀ ਹੈ, ਫਿਰ ਹੀ ਅਗਲੀ ਗੱਲ ਮਤਲਬ ਹੋਣੀ ਚਾਹੀਦੀ ਹੈ। ਹੁਣ ਕਿਸੇ ਨੂੰ ਸਾਧ ਸੰਗਤ ਦੀ ਗੁਸਤਾਖੀ ਮਾਫ, ਕੋਈ ਜੀਵਨ ਦੇ ਵਿੱਚ ਕਿਸੇ ਚੀਜ਼ ਦਾ ਤਜਰਬਾ ਨਾ ਹੋਵੇ, ਨਾ ਪ੍ਰਬੰਧ ਦਾ ਤਜਰਬਾ, ਨਾ ਬੋਲਣ ਦਾ ਤਜਰਬਾ, ਨਾ ਲਿਖਣ ਦਾ ਤਜਰਬਾ, ਨਾ ਹਿਸਾਬ ਦਾ ਤਜਰਬਾ, ਬਸ ਉਦਾਂ ਹੀ ਵੀ ਉਹਨੂੰ ਜ਼ਿੰਮੇਵਾਰੀ ਦੇ ਦਿੱਤੀ ਜਾਵੇ ਤੇ ਉਹ ਨਿਭਾ ਨਹੀਂ ਸਕਦਾ, ਉਹ ਨਿਭਾ ਨਹੀਂ ਸਕਦਾ। ਕਿਉਂਕਿ ਐਜੂਕੇਸ਼ਨ ਇਜ਼ ਵੈਰੀ ਕੰਪਲਸਰੀ ਇਨ ਆਵਰ ਲਾਈਫ, ਬਹੁਤ ਜ਼ਰੂਰੀ ਹੈ। ਹੁਣ ਅਸੀਂ ਗ੍ਰੰਥੀ ਸਿੰਘ ਹੀ ਹਾਂ, ਕੱਲੀ ਸਾਨੂੰ ਪੰਜਾਬੀ ਥੋੜ੍ਹਾ ਆਉਣੀ ਚਾਹੀਦੀ। ਜੇ ਅਸੀਂ ਬਾਹਰਲੀ ਸਟੇਟਾਂ ਵਿੱਚ ਜਾ ਕੇ ਕਿਤੇ ਵਿਚਰਨਾ, ਥੋੜ੍ਹੀ ਬਹੁਤੀ ਸਾਨੂੰ ਇੰਗਲਿਸ਼ ਦੀ ਟਰਾਂਸਲੇਸ਼ਨ ਵੀ ਆਉਣੀ ਚਾਹੀਦੀ ਹੈ। ਬਹੁਤੀ ਨਹੀਂ, ਥੋੜ੍ਹੀ ਤੇ ਆਉਣੀ ਚਾਹੀਦੀ, ਜਿੰਨਾ ਕੁ ਬੰਦਾ ਕਿਸੇ ਨੂੰ ਸਮਝਾ ਸਕੇ। ਫਿਰ ਸਾਡਾ ਜਿਹੜਾ ਪ੍ਰਚਾਰ ਹੈ ਸਿੱਖਾਂ ਤੱਕ ਹੀ ਰਹਿ ਜਾਏਗਾ, ਆਪਣੇ ਪੰਜਾਬੀਆਂ ਤੱਕ ਹੀ ਰਹਿ ਜਾ। ਹਿੰਦੀ ਵੀ ਆਉਣੀ ਚਾਹੀਦੀ ਹੈ, ਦੇਖੋ ਹਿੰਦੀ ਵੀ ਆਉਣੀ ਚਾਹੀਦੀ। ਜੇ ਸਾਰੇ ਭਾਰਤ ਵਿੱਚ ਸਾਨੂੰ ਕਿਸੇ ਨੂੰ ਪ੍ਰਚਾਰ ਵਾਸਤੇ ਬੁਲਾਇਆ ਜਾਏ, ਤੇ ਜੇ ਸਾਨੂੰ ਕੋਈ ਕਹੇ ਵੀ ਹੁਣ ਕਿਤੇ ਵੀ ਕੋਈ ਬੰਬੇ ਬੁਲਾਇਆ ਜਾਏ, ਉੱਥੇ ਹਿੰਦੀ ਜ਼ਿਆਦਾ ਚੱਲਦੀ ਹੈ, ਅਸੀਂ ਹਿੰਦੀ ਵਿੱਚ ਗੱਲ ਕਰ ਸਕਦੇ ਹਾਂ। ਜੇ ਹਿੰਦੀ ਆਉਂਦੀ ਹੋਵੇ ਸੁਦਾਸ ਹਿੰਦੀ ਵਿੱਚ ਬੜੀ ਵਧੀਆ ਤਰੀਕੇ ਦੇ ਨਾਲ ਪ੍ਰਚਾਰ ਕਰ ਸਕਦਾ। ਗੁਰੂ ਦੀ ਬੜੀ ਕਿਰਪਾ। ਜਿਵੇਂ ਕਿਸੇ ਨੇ ਹਿੰਦੀ ਬੋਲਣੀ ਤੇ ਸ਼ੁਰੂ ਕਰ ਦਿੱਤੀ, ਪਤਾ ਨਹੀਂ ਤੇ ਕੀ ਕਹਿਣਾ ਸ਼ੁਰੂ ਕਰ ਦਿੱਤਾ। ਤੁਸੀਂ ਫਸਟ ਟਾਈਮ ਮੇਰੇ ਕੋਲ ਫਸਟ ਵਾਰੀ ਕੋਈ ਮੈਨੂੰ ਕਹਿ ਕੇ ਦੇਖੇ ਵੀ ਤੁਸੀਂ ਹਿੰਦੀ ਦੇ ਵਿੱਚ ਪੂਰੀ ਕਥਾ ਕਰੋ, ਮੈਂ ਕਹਾਂਗਾ 99% ਮੈਨੂੰ ਆਪਣੇ ਤੇ ਪੂਰਾ ਭਰੋਸਾ ਹੈ, ਕਿਉਂਕਿ ਉਹ ਵੀ ਚੀਜ਼ ਸਾਨੂੰ ਆਉਂਦੀ ਹੈ। ਜੇ ਗਈ ਨਹੀਂ, ਹਿੰਦੀ ਵੀ ਪੜ੍ਹੀ ਹੈ, ਸ਼ੁਰੂ ਤੋਂ ਪੜ੍ਹਾਈ ਗਈ ਹੈ, ਔਰ ਬਹੁਤ ਚੰਗੀ ਗੱਲ ਹੈ। ਔਰ ਕਈ ਸਾਨੂੰ ਐਸੇ ਵੀ ਟੈਲੀਫੋਨ ਆਉਂਦੇ ਨੇ, ਉਹ ਹਿੰਦੀ 'ਚ ਹੀ ਗੱਲ ਕਰਦੇ ਨੇ, ਔਰ ਉਹਨਾਂ ਨਾਲ ਹਿੰਦੀ ਵਿੱਚ ਵੀ ਕਰਨੀ ਪੈਂਦੀ ਹੈ, ਤੇ ਕੋਈ ਇੰਗਲਿਸ਼ ਵਿੱਚ ਵੀ ਕਰ ਦਿੰਦੇ ਨੇ, ਉਹਨਾਂ ਨਾਲ ਵੀ ਥੋੜ੍ਹੀ ਬਹੁਤੀ ਕਰ ਲਈਦੀ ਹੈ ਕਾਫੀ ਹੱਦ ਤੱਕ। ਸੋ ਕਹਿਣ ਦਾ ਮਤਲਬ ਵੀ ਭਾਸ਼ਾਵਾਂ ਜਿਹੜੀਆਂ ਜਿੰਨੀਆਂ ਸਿੱਖ ਲਈਏ ਓਨੀਆਂ ਥੋੜ੍ਹੀਆਂ ਹਨ। ਪਰ ਮੈਂ ਵਿਚਾਰ ਕਰ ਰਿਹਾ ਸੀ ਪੰਜਾਬੀ ਭਾਸ਼ਾ,
ਇਹ ਬਹੁਤ ਜ਼ਰੂਰੀ ਹੈ। ਪੰਜਾਬੀ ਬੋਲੀ ਇਹ ਬਹੁਤ ਜ਼ਰੂਰੀ, ਇਹਦੇ ਵਿੱਚ ਨਾ ਬੜਾ ਕੁਝ ਆ ਜਾਂਦਾ। ਚਲੋ ਸਾਡਾ ਵਿਸ਼ਾ ਤੇ ਹੋਰ ਸੀ ਪਰ ਚੱਲ ਪਿਆ ਇੱਧਰ ਨੂੰ, ਕਿਉਂਕਿ ਅੱਜ ਦਾ ਸ਼ਬਦ ਵੀ 52 ਅੱਖਰੀ ਆਰੰਭ ਹੋਇਆ ਭਗਤ ਕਬੀਰ ਜੀ ਦੀ ਬਾਣੀ। ਇਹਦੇ ਵਿੱਚ ਸਾਧ ਸੰਗਤ ਜੀ ਹੁੰਦੇ ਸੀ ਮੁਹਾਵਰੇ, ਅਖੌਤਾਂ, ਵਾਕ, ਇਹ ਚੀਜ਼ਾਂ ਜਿਹੜੀਆਂ ਬਹੁਤ ਜ਼ਰੂਰੀ ਹੁੰਦੀਆਂ ਸੀ। ਇਹ ਵਾਕ ਜਿਹੜੇ ਸੀ ਹੈ, ਅਖੌਤਾਂ ਜਿਹੜੀਆਂ ਸੀ ਇਹ ਰਟਾਈਆਂ ਜਾਂਦੀਆਂ ਸੀ। ਤੇ ਅੱਜ ਦੇ ਸਮੇਂ ਦੇ ਵਿੱਚ ਵਾਕ ਅਖੌਤਾਂ ਜਿਹੜੀਆਂ ਨੇ ਉਹ ਅੱਜ ਦੇ ਬੱਚਿਆਂ ਨੂੰ ਨਹੀਂ ਆਉਣਗੀਆਂ। ਵਾਦੜੀਆਂ, ਸਜਾਦੜੀਆਂ, ਨਿਭਣ ਸਿਰਾਂ ਦੇ ਨਾਲ ਜਾਂ ਹੋਰ ਵੀ ਬੜੀਆਂ ਨੇ ਪੰਕਤੀਆਂ, ਕਈ ਵਾਰ ਯਾਦ ਨਹੀਂ ਆਉਂਦੀਆਂ ਇੱਕਦਮ। ਬਹੁਤ ਐਸੀਆਂ ਨੇ ਜਿਹੜੇ ਬਜ਼ੁਰਗ ਬੋਲਦੇ ਹੁੰਦੇ ਸੀ ਤੇ ਉਹ ਛੋਟਾ ਜਿਹਾ ਵਾਕ ਹੁੰਦਾ ਸੀ, ਉਹਦੇ ਵਿੱਚ ਉੱਚਾ ਲੰਮਾ ਗੱਭਰੂ ਪੱਲੇ ਠੀਕਰੀਆਂ, ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਉਹ ਬਹੁਤ ਵੱਡਾ ਇੱਕ ਇਸ਼ਾਰਾ ਕਰ ਦਿੰਦੀਆਂ ਸਨ ਅਖੌਤਾਂ। ਤੇ ਉਹ ਚੀਜ਼ਾਂ ਹੁਣ ਜੇ ਅਸੀਂ ਦੇਖੋ ਉਦੋਂ ਤੱਕ ਸਾਨੂੰ ਸਮਝ ਨਹੀਂ ਆ ਸਕਦੀ। ਇਹ ਵਿਆਕਰਨ ਹੁੰਦੀ ਹੈ, ਇੱਕ ਵਿਆਕਰਨ ਗ੍ਰਾਮਰ ਹੁੰਦੀ ਹੈ, ਅੰਗਰੇਜ਼ੀ ਦੀ ਗ੍ਰਾਮਰ ਹੁੰਦੀ ਹੈ। ਜੇ ਸਾਨੂੰ ਟੈਂਸ ਨਾ ਆਉਣ, ਪ੍ਰੈਜ਼ੈਂਟ ਇੰਡੈਫੀਨਿਟ ਟੈਂਸ, ਪਾਸਟ ਟੈਂਸ, ਫਿਊਚਰ ਟੈਂਸ, ਤੇ ਸਾਨੂੰ ਪਤਾ ਨਹੀਂ ਲੱਗ ਸਕਦਾ ਵੀ ਇਹ ਗੱਲ ਕਿਹੜੇ ਟੈਂਸ ਵਿੱਚ ਕਹੀ ਹੈ। ਇਜ਼ ਬੀਇੰਗ ਲਿਖਿਆ ਹੈ ਜਾਂ ਉਹਦੇ ਵਿੱਚ ਦੂਜੀ ਫਾਰਮ ਲੱਗੀ ਹੈ ਜਾਂ ਉਹਦੇ ਵਿੱਚ ਇਹ ਮਤਲਬ ਹੈਜ਼ ਬੀਨ, ਹੈਡ ਬੀਨ ਲੱਗਿਆ। ਇਹ ਪ੍ਰੈਜ਼ੈਂਟ ਪਰਫੈਕਟ ਟੈਂਸ ਦੇ ਵਿੱਚ ਆਉਂਦਾ। ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਟੈਂਸ ਉਹਦੇ ਵਿੱਚ ਆਉਂਦਾ। ਅੱਗੇ ਫਿਰ ਇਦਾਂ ਹੀ ਜਾਂਦਾ ਪਾਸਟ ਇੰਡੈਫੀਨਿਟ ਟੈਂਸ, ਕੰਟੀਨਿਊਸ ਟੈਂਸ, ਪਰਫੈਕਟ ਟੈਂਸ, ਇੱਦਾਂ ਮਤਲਬ ਫਿਰ ਤੀਜਾ ਜਾਂਦਾ ਫਿਊਚਰ। ਉਹਦੇ ਵਿੱਚ ਗਾ ਗੀ ਲੱਗਦਾ, ਪ੍ਰੈਜ਼ੈਂਟ ਵਿੱਚ ਲੱਗਦਾ ਦਾ ਹੈ, ਦੀ ਹੈ, ਦੀਆਂ ਹਨ, ਤੇ ਪਾਸਟ ਵਿੱਚ ਗੁਜ਼ਰ ਗਿਆ ਜਿਹੜਾ। ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਗ੍ਰਾਮਰ ਜਿਹੜੀ ਹੈ ਇਹ ਗ੍ਰਾਮਰ ਬਹੁਤ ਜ਼ਰੂਰੀ ਹੈ। ਤੇ ਇਸੇ ਦੇ ਨਾਲ ਜਿਹੜੀ ਪੰਜਾਬੀ ਦੀ ਵੀ ਗ੍ਰਾਮਰ ਜਿਹੜੀ ਇਹ ਵੀ ਬੜੀ ਜ਼ਰੂਰੀ ਹੈ। ਵਿਆਕਰਨ ਇੱਕ ਕਿਤਾਬ ਹੈ ਪ੍ਰੋਫੈਸਰ ਸਾਹਿਬ ਸਿੰਘ ਦੀ ਗੁਰਬਾਣੀ ਵਿਆਕਰਨ। ਇਹ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਪੜ੍ਹਦੇ ਨੇ ਹੋ ਸਕਦਾ ਵੀ 5-7% ਨੇ ਪੜ੍ਹੀ ਹੋਵੇ। ਗੁਰਬਾਣੀ ਵਿਆਕਰਨ ਮੈਂ ਪੜ੍ਹੀ ਹੈ ਥੋੜ੍ਹੀ, ਬਹੁਤ ਵਧੀਆ। ਉਹਦੇ ਵਿੱਚ ਸਾਰੀਆਂ ਲਗਾ ਮਾਤਰਾ ਦੇ ਉਚਾਰਨ ਇੱਕ ਚੀਜ਼ ਦੱਸੀ ਗਈ ਹੈ। ਸੋ ਇਸ ਕਰਕੇ ਜਦੋਂ ਅਸੀਂ ਇੰਗਲਿਸ਼ ਬੋਲਦੇ ਹਾਂ, ਜੇ ਸਾਨੂੰ ਟੈਂਸ ਦਾ ਪਤਾ ਨਹੀਂ ਤੇ ਉਹ ਵਾਕ ਪੂਰਾ ਆਪਣਾ ਜਿਹੜਾ ਮਤਲਬ ਨਹੀਂ ਦੱਸੇਗਾ। ਦੇਖੋ ਇੱਕ ਕੌਮਾ ਮਤਲਬ ਨੂੰ ਬਦਲ ਦਿੰਦਾ ਹੈ, ਜ਼ਮੀਨ ਆਸਮਾਨ ਦਾ ਫਰਕ ਹੈ। ਇਹ ਐਜੂਕੇਸ਼ਨ ਹੈ, ਪੜ੍ਹਾਈ ਹੈ। ਇੱਕ ਪੰਕਤੀ ਹੈ, ਇੱਕ ਲਾਈਨ ਹੈ, ਧਿਆਨ ਦਿਓ। ਇੱਕ ਲਾਈਨ ਹੈ ਕੌਮਾ, ਇੱਕ ਕੌਮਾ ਗੁਰਬਾਣੀ ਦਾ ਅੱਗੇ ਪਿੱਛੇ ਲੱਗ ਜੇ ਉਹਦਾ ਜ਼ਮੀਨ ਆਸਮਾਨ ਦਾ ਫਰਕ ਪੈ ਜਾਂਦਾ। ਤੇ ਜੇ ਕੌਮਾ ਕਿਸੇ ਪੰਜਾਬੀ ਵਾਕ ਵਿੱਚ ਵੀ ਅੱਗੇ ਪਿੱਛੇ ਲੱਗ ਜਾਏ ਉਹਦਾ ਹੀ ਫਰਕ ਪੈ ਜਾਂਦਾ। ਇੱਕ ਸ਼ਬਦ ਹੈ ਪਕੜੋ, ਫੜ ਲਓ, ਪਕੜੋ ਮਤ ਜਾਣੇ ਦੋ, ਮਤਲਬ ਇਹਨੂੰ ਫੜ ਲਓ, ਇਹਨੂੰ ਜਾਣ ਨਹੀਂ ਦੇਣਾ। ਪਕੜੋ ਦੇ ਅੱਗੇ ਕੌਮਾ ਲਾ ਦਿਓ, ਪਕੜੋ ਇਹਨੂੰ ਫੜ ਲਓ, ਮਤ ਜਾਣੇ ਦੋ, ਇਹਨੂੰ ਜਾਣ ਨਹੀਂ ਦੇਣਾ। ਇਹ ਤੇ ਹੋ ਗਿਆ ਨਾ ਵੀ ਉਹਨੂੰ ਫੜ ਲਓ ਨਾ ਵਜੋ। ਜੇ ਕਹਿ ਦਈਏ ਪਕੜੋ ਮਤ, ਉਹਨੇ ਹੀ ਅੱਖਰ ਨੇ। ਜੇ ਪਕੜੋ ਤੇ ਰੁਕ ਗਏ, ਵਿਸਰਾਮ ਲੱਗ ਗਿਆ। ਪਕੜੋ ਫੜ ਲਓ, ਜਾਣ ਨਾ ਦਿਓ, ਜਾਂ ਮਤ ਜਾਣੇ ਦੋ। ਜੇ ਕਹੋ ਪਕੜੋ ਮਤ, ਅੱਗੇ ਆ ਗਿਆ ਪੋਜ਼ਿਟਿਵ, ਜਾਣੇ ਦੋ, ਜਾਣ ਦਿਓ, ਉਹਨੂੰ ਫੜਿਓ ਨਾ ਜਾਣ ਦਿਓ। ਤੇ ਜੇ ਵਿਸਰਾਮ ਗਲਤ ਲੱਗ ਗਿਆ, ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਵੀ ਜੇ ਮਤਲਬ ਠਹਿਰਾਓ ਅਸੀਂ ਅੱਗੇ ਪਿੱਛੇ ਦੇ ਦਿੱਤਾ। ਬਹੁਤ ਜ਼ਿਆਦਾ ਜਿਹੜੇ ਨੇ ਗੁਸਤਾਖੀ ਮਾਫ ਪਾਠੀ ਸਿੰਘ ਵੀ ਉਹ ਵਿਸਰਾਮ ਅੱਗੇ ਪਿੱਛੇ ਦੇ ਦਿੰਦੇ। ਹਾਂ ਅਚਨਚੇਤ ਮੇਰੇ ਕੋਲ ਵੀ ਹੋ ਸਕਦਾ, ਕੋਈ ਐਸੀ ਗੱਲ ਨਹੀਂ, ਪਰ ਜਦੋਂ ਵਿਸਰਾਮ ਅੱਗੇ ਪਿੱਛੇ ਹੋ ਜਾਂਦਾ ਫਿਰ ਉਹਦਾ ਅਰਥ ਸਾਰਾ ਹੀ ਬਦਲ ਜਾਂਦਾ। ਇਸ ਕਰਕੇ ਗੁਰਬਾਣੀ ਪੜ੍ਹਨ ਵਾਲਿਆਂ ਲਈ ਪ੍ਰੋਫੈਸਰ ਸਾਹਿਬ ਸਿੰਘ ਨੇ ਬੜੀ ਮਿਹਨਤ ਨਾਲ ਲਿਖੀ ਹੋਈ ਹੈ ਗੁਰਬਾਣੀ ਵਿਆਕਰਨ। ਉਹ ਕੇਵਲ ਭਾਈਆਂ ਗ੍ਰੰਥੀਆਂ ਦੇ ਪੜ੍ਹਨ ਦੇ ਲਈ ਨਹੀਂ ਹੈ। ਜਿਹੜੇ ਗੁਟਕਾ ਸਾਹਿਬ ਤੋਂ ਜਪਜੀ ਸਾਹਿਬ ਦਾ ਪਾਠ ਕਰਦੇ ਨੇ ਉਹਨਾਂ ਨੂੰ ਵੀ ਪੜ੍ਹ ਲੈਣੀ ਚਾਹੀਦੀ ਹੈ। ਹੋ ਸਕਦਾ ਗੂਗਲ ਤੇ ਜਾਂ ਐਪਸ ਵਿੱਚ ਹੋਵੇ, ਪਲੇ ਸਟੋਰ ਵਿੱਚ, ਮੈਂ ਨਹੀਂ ਦੇਖੀ ਪਰ ਉਹ ਬੁੱਕ ਮੈਂ ਸ਼ਾਇਦ ਮੇਰੇ ਕੋਲ ਪਈ ਹੋਵੇ। ਗੁਰਬਾਣੀ ਵਿਆਕਰਨ ਬਹੁਤ ਵਧੀਆ ਹੈ, ਕਿਉਂਕਿ ਜਦੋਂ ਅਸੀਂ ਜਿਸ ਫੀਲਡ ਵਿੱਚ ਜਾਣਾ ਫਿਰ ਸਾਨੂੰ ਇਸ ਚੀਜ਼ ਦਾ ਗਿਆਨ ਹੋਣਾ ਚਾਹੀਦਾ। ਉਹ ਸਾਰਿਆਂ ਨੂੰ ਜਿਹੜੇ ਬਾਣੀ ਪੜ੍ਹਦੇ ਨੇ ਉਹਨਾਂ ਨੂੰ ਵੀ ਵਿਆਕਰਨ ਦਾ ਪਤਾ ਹੋਣਾ ਚਾਹੀਦਾ। ਇਸ ਕਰਕੇ ਉਹ ਆਪ ਵੀ ਫਿਰ ਸਿੱਖ ਸਕਦੇ ਨੇ ਤੇ ਦੂਜੇ ਨੂੰ ਵੀ ਸਿਖਾ ਸਕਦੇ ਨੇ। ਜੇ ਆਪ ਟੈਂਸ ਕਿਸੇ ਨੇ ਪੜ੍ਹੇ ਹੋਣਗੇ
ਪ੍ਰੋਪਰ ਤੇ ਉਹ ਦੂਜੇ ਨੂੰ ਵੀ ਅੰਗਰੇਜ਼ੀ ਸਿਖਾ ਸਕਦਾ ਹੈ, ਕਿਉਂਕਿ ਪਹਿਲਾਂ ਟੈਂਸ ਪੜ੍ਹਨੇ ਜ਼ਰੂਰੀ ਨੇ। ਪਹਿਲਾਂ ਸਾਨੂੰ ਮੁਕਤਿਆਂ ਬਾਰੇ, ਸਾਨੂੰ ਸਾਰਾ ਲਗਾ ਮਾਤਰਾ ਬਾਰੇ ਪਤਾ ਹੋਣਾ ਚਾਹੀਦਾ, ਫਿਰ ਉਚਾਰਨ ਜਿਹੜਾ ਸਹੀ ਹੋ ਸਕਦਾ ਹੈ। ਜਿਹੜੇ ਪੈਰ ਚਰਾਰੇ ਨੇ, ਪੈਰ ਚ ਹਾਹੇ ਨੇ, ਤੇ ਇਹਨਾਂ ਬਾਰੇ ਸਾਨੂੰ ਪੂਰਨ ਗਿਆਨ ਹੋਣਾ ਚਾਹੀਦਾ ਹੈ। ਅਦਕ ਦੀ ਆਵਾਜ਼ ਕੀ ਹੈ, ਬਿੰਦੀ ਦੀ ਆਵਾਜ਼ ਕੀ ਹੈ, ਟਿੱਪੀ ਦੀ ਆਵਾਜ਼ ਕੀ ਹੈ, ਤੇ ਸਾਨੂੰ ਇਹਦੇ ਬਾਰੇ ਪੂਰਾ ਜਿਹੜਾ ਹੈ ਜਾਣਕਾਰੀ ਹੋਣੀ ਚਾਹੀਦੀ ਹੈ। ਇਸ ਕਰਕੇ ਫਰਕ ਪੈ ਜਾਂਦਾ, ਇੱਕ ਬਿੰਦੀ ਤੋਂ ਵੀ ਫਰਕ ਪੈ ਜਾਂਦਾ। ਸੋ ਕਿਸੇ ਦਿਨ ਇਹ ਚੀਜ਼ਾਂ ਜਿਹੜੀਆਂ ਨੇ, ਇਹ ਅੱਖਰ ਮੈਂ ਨੋਟ ਕਰਕੇ ਤੁਹਾਡੇ ਨਾਲ ਸਾਂਝੇ ਕਰਾਂਗਾ ਵੀ ਇੱਕ ਬਿੰਦੀ ਦੇ ਨਾਲ ਕਿੰਨਾ ਫਰਕ ਪੈਂਦਾ ਹੈ। ਸੋ ਅੱਜ ਦਾ ਸ਼ਬਦ ਰਾਗ ਗੌੜੀ ਪੂਰਵੀ 52 ਅੱਖਰੀ ਕਬੀਰ ਜੀਓ ਕੀ। 52 ਅੱਖਰਾਂ ਵਾਲੀ ਇਸ ਗੌੜੀ ਰਾਗ ਦੇ ਵਿੱਚ ਭਗਤ ਕਬੀਰ ਜੀ ਦੀ ਬਾਣੀ ਹੈ। ਇੱਕ ਓੰਕਾਰ, ਅਕਾਲ ਪੁਰਖ ਇੱਕ ਹੈ, ਕਰਤਾ ਪੁਰਖ, ਉਹ ਜਿਸ ਦਾ ਨਾਮ ਹੋਂਦ ਵਾਲਾ ਹੈ, ਸ੍ਰਿਸ਼ਟੀ ਨੂੰ ਰਚਣ ਵਾਲਾ ਹੈ, ਗੁਰਪ੍ਰਸਾਦ ਅਤੇ ਸਤਿਗੁਰ ਦੀ ਕਿਰਪਾ ਦੇ ਨਾਲ ਉਹ ਮਿਲਦਾ ਹੈ। 52 ਅੱਖਰ ਲੋਕ ਤ੍ਰੈ ਸਭ ਕਛ ਇਨਹੀ ਮਾਹਿ। ਜਿਵੇਂ ਅਸੀਂ 35 ਅੱਖਰੀ ਹੈ, ਜਿੰਨੀ ਵੀ ਗੁਰਬਾਣੀ ਜਿਹੜੀ ਹੈ ਇਹਦੇ ਵਿੱਚੋਂ ਹੀ ਸਾਨੂੰ ਮਤਲਬ ਮਿਲਦੀ ਹੈ, ਔਰ ਸਾਰੀਆਂ ਪੰਕਤੀਆਂ ਮਿਲਦੀਆਂ ਹਨ। ਜੇ ਸਾਨੂੰ ਮਤਲਬ ਗੁਰਮੁਖੀ ਲਿਪੀ ਜਾਂ ਪੰਜਾਬੀ ਬੋਲੀ ਦੀ ਪੂਰੀ ਜਾਣਕਾਰੀ ਹੋਏਗੀ, ਅਸੀਂ ਬਹੁਤ ਵਧੀਆ ਤਰੀਕੇ ਦੇ ਨਾਲ ਬਾਣੀ ਨੂੰ ਪੜ੍ਹ ਸਕਦੇ ਹਾਂ। ਕਿ ਲੋਕ ਐਸੇ ਵੀ ਜਿਹਨਾਂ ਨੂੰ ਪੰਜਾਬੀ ਨਹੀਂ ਆਉਂਦੀ, ਉਹ ਹਿੰਦੀ ਵਿੱਚ ਗੁਟਕਿਆਂ ਤੋਂ ਬਾਣੀ ਪੜ੍ਹਦੇ ਹਨ। ਸੋ ਜਿੱਥੇ ਵੀ ਕੋਈ ਪੜ੍ਹਦਾ, ਚਾਹੇ ਅੰਗਰੇਜ਼ੀ 'ਚ ਵੀ ਪੜ੍ਹਦਾ ਹੋਵੇ, ਤੇ ਮੁਬਾਰਕ ਹੈ ਉਸਨੂੰ। ਪਰ ਜਿਹੜਾ ਮੂਲ ਹੈ ਉਹ ਤੇ ਸਾਡੀ ਗੁਰਮੁਖੀ ਲਿਪੀ ਹੈ, ਠੇਠ ਪੰਜਾਬੀ ਹੈ, 35 ਅੱਖਰੀ ਹੈ। ਇਹ ਸਾਨੂੰ ਆਉਣੀ ਚਾਹੀਦੀ ਹੈ, ਤਾਂ ਅਸੀਂ ਬਾਣੀ ਵਧੀਆ ਤਰੀਕੇ ਨਾਲ ਪੜ੍ਹ ਸਕਦੇ ਹਾਂ। ਸੋ ਮਹਾਰਾਜ ਜੀ ਕਹਿੰਦੇ ਇਹਨਾਂ ਅੱਖਰਾਂ ਦੇ ਵਿੱਚ ਹੀ ਸਭ ਕੁਝ ਹੈ, ਸਭ ਕੁਝ ਇਨਹੀ ਮਾਹੇ। ਇਹਨਾਂ ਅੱਖਰਾਂ ਦੇ ਵਿੱਚੋਂ ਹੀ ਸਾਧ ਸੰਗਤ ਜੀ ਰੱਬ ਪ੍ਰਗਟ ਹੁੰਦਾ ਹੈ। ਜੇ ਇਹ ਅੱਖਰ 1430 ਜਿਹੜਾ ਅੰਗ ਹੈ, ਜੇ ਪਹਿਲਾਂ ਆਮ ਪੰਨੇ ਹੁੰਦੇ ਨੇ ਉਹਨਾਂ ਦੇ ਉੱਪਰ ਲਿਖੇ ਨਾ ਜਾਣ, ਕੋਈ ਗ੍ਰੰਥ ਨਹੀਂ ਕਹਿੰਦਾ, ਕੋਈ ਮੱਥਾ ਨਹੀਂ ਟੇਕਦਾ। ਜਿੱਥੇ ਪ੍ਰਿੰਟਿੰਗ ਵੱਡੀਆਂ ਪ੍ਰੈਸਾਂ ਲੱਗੀਆਂ ਹੁੰਦੀਆਂ ਨੇ, ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਪ੍ਰਿੰਟ ਹੁੰਦੇ ਨੇ, ਉੱਥੇ ਦੇਖੋ ਜਦੋਂ ਤੱਕ ਉਸ ਕਾਗਜ਼ ਦੇ ਉੱਪਰ ਗੁਰੂ ਦੀ ਬਾਣੀ ਜਿਹੜੀ ਪ੍ਰਿੰਟ ਨਹੀਂ ਹੁੰਦੀ, ਉਹਨੂੰ ਨਾ ਗ੍ਰੰਥ ਕਿਹਾ ਜਾਂਦਾ, ਨਾ ਉਹਦਾ ਕੋਈ ਸਤਿਕਾਰ ਕਰਦਾ, ਨਾ ਉਹਨੂੰ ਕੋਈ ਮੱਥਾ ਟੇਕਦਾ। ਚਾਹੇ ਕੋਈ 2800 ਪੰਨੇ ਦਾ ਕਿਉਂ ਨਾ ਉੱਥੇ ਕੋਈ ਵੱਡਾ ਗ੍ਰੰਥ ਬਣਾ ਲੇ, ਪਰ ਜਦੋਂ ਸਟੈਂਪ ਲੱਗਦੀ ਹੈ ਉਸ ਇਲਾਹੀ ਬਾਣੀ ਦੀ, ਫਿਰ ਇਹ ਸਾਧ ਸੰਗਤ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੇ ਵਿੱਚ ਇਸ ਨੂੰ ਇਹ ਜਿਹੜੀ ਕੁਦਰਤ ਵੱਲੋਂ ਹੀ ਸਾਧ ਸੰਗਤ ਜੀ ਇੱਕ ਕਿਰਪਾ ਮਾਨਤਾ ਸੰਵਿਧਾਨ ਵੱਲੋਂ ਵੀ ਹੈ, ਤੇ ਕੁਦਰਤ ਵੱਲੋਂ ਵੀ ਇਸ ਵਿੱਚ ਇੱਕ ਇੰਨੀ ਸ਼ਕਤੀ, ਇੱਕ ਤਾਕਤ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੇ ਵਿੱਚ ਮਿਲ ਜਾਂਦੀ। ਪਰ ਕਦੋਂ? ਜਦੋਂ ਅੱਖਰ ਜਿਹੜੇ ਨੇ ਅੰਦਰ ਚਲੇ ਗਏ, ਉਹ ਜਿਹੜਾ ਕਾਗਜ਼ ਸੀ, ਆਮ ਕਾਗਜ਼ ਸੀ, ਉਹ ਆਮ ਨਹੀਂ ਫਿਰ ਰਿਹਾ, ਉਹ ਗੁਰੂ ਦਾ ਰੂਪ ਬਣ ਗਿਆ। ਇਸੇ ਤਰ੍ਹਾਂ ਹੀ ਸਾਡਾ ਮਨ ਹੈ। ਜਦੋਂ ਇਸ ਸ਼ਬਦ ਦੀ ਅੱਖਰਾਂ ਤੋਂ ਵਾਂਝਾ, ਇਹ ਆਮ ਰਹੇਗਾ, ਬੰਦਾ ਆਮ ਰਹੇਗਾ। ਤੇ ਜਦੋਂ ਇਹ ਸ਼ਬਦ ਅੱਖਰ ਸਾਡੇ ਮਨ ਦੇ ਵਿੱਚ ਵਸ ਗਏ, ਫਿਰ ਮਨ ਆਪ ਆਮ ਨਹੀਂ ਰਹੇਗਾ। ਮਨ ਮਾਨਿਆ ਤੋ ਹਾਰ ਜਾਣਿਆ। ਮਨ ਦੇ ਵਿੱਚੋਂ ਜੋਤ ਪ੍ਰਗਟ ਹੋ ਸਕਦੀ ਹੈ। ਇਹ ਜਿੰਦਰੇ ਜਿਹੜੇ ਨੇ ਉਹ ਕੁੰਜੀ ਨਾਲ ਖੁੱਲਦੇ ਨੇ, ਉਹ ਤਾਲੇ ਜਿਹੜੇ ਨੇ ਚਾਬੀ ਨਾਲ ਹੀ ਖੁੱਲਦੇ ਨੇ, ਤੇ ਉਹ ਚਾਬੀ ਹੈ ਗੁਰੂ ਦਾ ਸ਼ਬਦ। ਗੁਰ ਕੁੰਜੀ ਪਾਹੋ ਨਿਵਲ ਮਨ ਕੋਠਾ ਤਨ ਛਤ, ਨਾਨਕ ਗੁਰਬਿਨ ਤਾਗ ਨਾ ਉਗੜੇ ਅਵਰ ਨਾ ਕੁੰਜੀ ਹੱਥ। ਇਹ ਅੱਖਰ ਖਿਰ ਜਾਹੇਂਗੇ, ਓਏ ਅੱਖਰ ਇਨ ਮੈਂ ਨਾਹੀ। ਪਰ ਇੱਕ ਹੋਰ ਥੋੜੀ ਜੀ ਨਾ ਕਲੀਅਰ ਕਰ ਦਿੱਤੀ ਗੱਲ। ਮਹਾਰਾਜ ਜੀ ਕਹਿੰਦੇ ਕੋਈ ਵੀ ਬੰਦਾ ਕਿਸੇ ਵੀ ਭਾਸ਼ਾ ਬੋਲੀ ਨੂੰ ਬੋਲਦਾ ਹੋਵੇ, ਧਿਆਨ ਦੇਣਾ, ਉਸ ਬੋਲੀ ਦੁਆਰਾ ਜੋ ਵੀ ਇਸਨੇ ਜਪਿਆ, ਉਹ ਜਿਹੜਾ ਜਾਪ ਹੈ ਉਹ ਕਿਸ ਰੂਪ ਦੇ ਵਿੱਚ ਇਹਦੇ ਅੰਦਰ ਰਹਿੰਦਾ, ਇਹ ਤੇ ਹੁਣ ਬਹੁਤ ਵੱਡੀ ਗੱਲ ਹੈ। ਕਿਉਂਕਿ ਜਦੋਂ ਇਸ ਦੇ ਸਰੀਰ ਨੇ ਮਤਲਬ ਬਿਨਸ ਜਾਣਾ, ਖਤਮ ਹੋ ਜਾਣਾ, ਇਹ ਜਿੰਨੇ ਅੱਖਰ ਸੀ ਇਹ ਵੀ ਨਾਲ ਹੀ ਸਾਡੇ ਜਲ ਜਾਣੇ ਨੇ, ਖਤਮ ਹੋ ਜਾਣੇ ਨੇ। ਪਰ ਇਹਨਾਂ ਅੱਖਰਾਂ ਦੇ ਵਿੱਚੋਂ ਜਿਹੜਾ ਗਿਆਨ ਨਿਕਲਿਆ ਹੈ, ਰਸ ਨਿਕਲਿਆ ਹੈ, ਉਹ ਰਸ ਜਿਹੜਾ ਸਦੀਵੀ ਹੋਣਾ। ਧਿਆਨ ਦੇਣਾ, ਪੈਕਿੰਗ ਹੋ ਜਾਂਦੀ ਹੈ ਫਰੂਟਸ ਦੀ, ਜੂਸ ਦੀ, ਧਿਆਨ ਦੇਣਾ। ਔਰ ਕਈ ਵਾਰ 50 ਤਰ੍ਹਾਂ ਦੇ ਜੂਸ ਹੁੰਦੇ ਨੇ ਪੈਕਟ ਵਿੱਚ, ਪੈਕਿੰਗ ਦੇ ਵਿੱਚ, ਬੋਟਲ ਦੇ ਵਿੱਚ। ਜੇ ਉਹਦੇ ਉੱਤੇ ਨਾਂ ਲਿਖਿਆ ਹੋਵੇ ਨਾ, ਪ੍ਰਿੰਟ ਨਾ ਕੀਤਾ ਹੋਵੇ, ਕਈ ਅਸੀਂ ਰਸ ਪੀਤੇ ਹੀ ਨਹੀਂ, ਸਾਨੂੰ ਪਤਾ ਹੀ ਨਹੀਂ ਲੱਗਣਾ ਵੀ ਇਹ ਕਿਹੜੇ ਫਰੂਟ ਦਾ ਰਸ ਹੈ। ਪਰ ਰਸ
ਭਾਵੇਂ ਸਾਨੂੰ ਉਹਦੇ ਉੱਤੇ ਨਹੀਂ ਕੋਈ ਪ੍ਰਿੰਟ ਕੀਤਾ, ਨਹੀਂ ਕੋਈ ਰੈਪਰ ਲੱਗਾ, ਪਰ ਜਦੋਂ ਅਸੀਂ ਉਹਨੂੰ ਚੱਖਾਂਗੇ, ਪੀਵਾਂਗੇ, ਅਸੀਂ ਕਹਾਂਗੇ ਵੀ ਇਹ ਕੋਈ ਫਰੂਟ ਹੈ, ਪਰ ਮੈਂ ਜ਼ਿੰਦਗੀ 'ਚ ਖਾਧਾ ਨਹੀਂ। ਅਸੀਂ ਤੇ ਕੋਈ 10-20 ਫਰੂਟ ਖਾਂਦੇ ਆ ਨਾ ਇੱਥੇ ਬੈਠੇ, ਤੁਸੀਂ ਬਾਹਰਲੇ ਮੁਲਕਾਂ ਵਿੱਚ ਚਲ ਜਾਓ, ਇਦਾਂ ਦੇ ਫਰੂਟ ਨੇ ਜਿਹੜੇ ਅਸੀਂ ਕਦੀ ਦੇਖੇ ਹੀ ਨਹੀਂ, ਅਸੀਂ ਕਦੀ ਦੇਖੇ ਨਹੀਂ। ਉਹਦਾ ਸਵਾਦ ਵੀ ਸਾਨੂੰ ਅਲੱਗ ਲੱਗਣਾ ਹੈ। ਤੇ ਜੋ ਕਿਸੇ ਨੂੰ ਕੱਚ ਦੇ ਗਲਾਸ ਵਿੱਚ ਪਾ ਕੇ ਦਿੱਤਾ ਜਾਵੇ, ਉਹਨੂੰ ਪੁੱਛੇ ਵੀ ਇਹਦਾ ਨਾਂ ਦੱਸ, ਅੱਖਰਾਂ ਦੇ ਵਿੱਚ ਦੱਸ, ਉਹਨੂੰ ਪਤਾ ਹੀ ਨਹੀਂ ਹੋਏਗਾ। ਬਸ ਇਹਨਾਂ ਅੱਖਰਾਂ ਨੇ, ਇਹ ਜਿਹੜੇ ਗੁਰਬਾਣੀ ਦੇ ਅੱਖਰ ਨੇ ਨਾ, ਇਹਨਾਂ ਅੱਖਰਾਂ ਨੇ ਨਾਮ ਦਾ ਇੰਨਾ ਕੁ ਰਸ ਸਾਡੀ ਆਤਮਾ ਵਿੱਚ ਭਰ ਦੇਣਾ। ਭਾਵੇਂ ਇਹ ਅੱਖਰ ਉਸ ਵੇਲੇ ਨਹੀਂ ਰਹਿਣਗੇ, ਭਾਵੇਂ ਉਹ ਅੱਖਰ ਬਾਣੀ ਵਿੱਚ ਲਿਖਿਆ ਓਏ ਅੱਖਰ ਇਨਮੈ ਨਾਏ, ਇਹ ਅੱਖਰ ਖਿਰ ਜਾਣਗੇ, ਇਹ ਅੱਖਰ ਖਿਰ ਜਾਣਗੇ, ਇਹ ਅੱਖਰ ਨਾਸ ਹੋ ਜਾਣਗੇ, ਕਿਉਂਕਿ ਜਗਤ ਨਾਸਵੰਤ ਹੈ, ਹਰੇਕ ਚੀਜ਼ ਨਾਸਵੰਤ ਹੈ, ਬੋਲੀਆਂ ਵੀ ਨਾਸ਼ਵੰਤ ਹਨ। ਤੇ ਇਹ ਸਾਰੇ ਅੱਖਰ ਅਕਾਲ ਪੁਰਖ ਨਾਲ ਜਦੋਂ ਮਿਲਾਪ ਹੁੰਦਾ, ਇਹ ਇੱਕ ਅਨੁਭਵ ਰਸ ਹੁੰਦਾ, ਅਨੁਭਵ ਰਸ। ਜਿਵੇਂ ਸ਼ੁਰੂ 'ਚ ਬੇਨਤੀ ਕੀਤੀ ਸੀ, ਜਿਵੇਂ ਸੁੱਖ ਹੈ, ਸੁੱਖ ਜਿਵੇਂ ਖੁਸ਼ੀ ਹੈ, ਸੋ ਉਹਨੂੰ ਅਸੀਂ ਫੀਲ ਕਰ ਸਕਦੇ ਹਾਂ। ਤੇ ਖੁਸ਼ੀ ਨੂੰ ਆਪਣੇ ਅੰਦਰੋਂ ਬਾਹਰ ਕੱਢ ਕੇ ਕਿਸੇ ਦੀ ਝੋਲੀ ਵਿੱਚ ਨਹੀਂ ਪਾ ਸਕਦੇ, ਦਿਖਾ ਨਹੀਂ ਸਕਦੇ। ਇਸੇ ਤਰ੍ਹਾਂ ਜਿਹੜਾ ਸ਼ਬਦ ਦੁਆਰਾ ਅੰਦਰ ਰਸ ਪੈਦਾ ਹੁੰਦਾ ਹੈ, ਇਹ ਆਤਮਾ ਦਾ ਸ਼ਿੰਗਾਰ ਹੈ, ਆਤਮਾ ਦਾ ਗਿਆਨ ਹੈ। ਜਿੱਥੇ ਆਤਮਾ ਜਾਏਗੀ, ਇਹ ਰਸ ਸਾਨੂੰ ਤ੍ਰਿਪਤ ਰੱਖੇਗਾ, ਠੰਡਾ ਰੱਖੇਗਾ। ਸੋ ਬਹੁਤ ਵੱਡਾ ਵਿਸ਼ਾ ਹੈ, ਹੋਰ ਇਹਦੇ ਨਾਲ ਬਹੁਤ ਪੰਕਤੀਆਂ ਜੁੜ ਸਕਦੀਆਂ ਹਨ। ਸੋ ਸਮੇਂ ਦੇ ਮੁਤਾਬਕ ਅਗਲੀਆਂ ਪੰਕਤੀਆਂ, ਜਹਾਂ ਬੋਲ ਤਹਿ ਅਛਰ ਆਵਾ। ਕਹਿੰਦੇ ਜਦੋਂ ਬੋਲ ਬੋਲੇ ਜਾਂਦੇ ਹਨ ਤੇ ਕੋਈ ਨਾ ਕੋਈ ਚੀਜ਼ ਪ੍ਰਗਟ ਹੁੰਦੀ ਹੈ। ਜਦੋਂ ਅਸੀਂ ਕੋਈ ਮੂੰਹ ਦੇ ਵਿੱਚੋਂ ਬੋਲ ਕੱਢਦੇ ਹਾਂ ਤੇ ਕੋਈ ਨਾ ਕੋਈ, ਚਾਹੇ ਮਾੜਾ ਭਾਵ ਪੈਦਾ ਹੋਵੇ, ਚਾਹੇ ਚੰਗਾ ਭਾਵ ਪੈਦਾ ਹੋਵੇ, ਅੱਖਰਾਂ ਰਾਹੀਂ ਭਾਵ ਬਣਦੇ ਹਨ। ਅੱਖਰਾਂ ਰਾਹੀਂ ਮਤਲਬ ਕਿ ਅਗਲੇ ਵੱਲੋਂ ਖੁਸ਼ਬੂ ਆਉਂਦੀ ਹੈ, ਅਗਲੇ ਵੱਲੋਂ ਨਫ਼ਰਤ ਆਉਂਦੀ ਹੈ, ਅਗਲੇ ਵੱਲੋਂ ਈਰਖਾ ਵੀ ਆਉਂਦੀ ਹੈ। ਅੱਖਰ ਉਹੀ ਨੇ, ਧਿਆਨ ਦੇਣਾ, ਅੱਖਰਾਂ ਉਹੀ ਨੇ। ਚਾਹੇ ਉਹਨੂੰ ਨਫ਼ਰਤ ਦੇ ਰੂਪ ਦੇ ਵਿੱਚ ਮੂੰਹ ਬਾਹਰ ਕੱਢੋ, ਚਾਹੇ ਉਸ ਨੂੰ ਪ੍ਰੇਮ ਦੇ ਰੂਪ ਵਿੱਚ ਬਾਹਰ ਕੱਢੋ, ਚਾਹੇ ਉਸ ਨੂੰ ਗਿਆਨ ਦੇ ਰੂਪ ਵਿੱਚ ਬਾਹਰ ਕੱਢੋ, ਚਾਹੇ ਉਸ ਨੂੰ ਕਿਸੇ ਨੂੰ ਵਿਦਿਆ ਦੇਣ ਦੇ ਰੂਪ ਦੇ ਵਿੱਚ ਬਾਹਰ ਕੱਢੋ। ਇਹ ਸਾਡੀ ਮਰਜ਼ੀ ਹੈ ਵੀ ਇਹ ਅੱਖਰਾਂ ਨੂੰ ਅਸੀਂ ਇਸਤੇਮਾਲ ਕਿਵੇਂ ਕਰਨਾ ਹੈ। ਅੱਖਰ ਉਹੀ ਨੇ, ਠੀਕ ਹੈ ਜੀ। ਉਹੀ ਅੱਖਰ ਦੇਖੋ, ਇਹ ਅੱਖਰ ਜਿਹੜੀ ਬੋਲ ਬਾਣੀ ਹੈ ਨਾ, ਸਾਡੀ ਜ਼ੁਬਾਨ ਜਿਹੜੀ ਹੈ, ਸਾਨੂੰ ਤਖਤ ਤੇ ਬਿਠਾਉਂਦੀ ਹੈ ਤੇ ਤਖਤ ਤੋਂ ਲਾਉਂਦੀ ਹੈ, ਧਿਆਨ ਦੇਣਾ, ਤੇ ਫਾਂਸੀ ਤੇ ਵੀ ਲਟਕਾਉਂਦੀ ਹੈ। ਅੱਖਰ ਹੀ ਹੁੰਦੇ ਨੇ ਜਿਹੜਾ ਜੱਜ ਕਹਿੰਦਾ ਇਹ ਬਾਇਜ਼ਤ ਬਰੀ, ਤੇ ਉਹਨੂੰ ਕਹਿੰਦੇ ਵੀ ਇਹਨੂੰ ਜਿਹੜੀ ਧਾਰਾ ਇੰਨੀ ਦੇ ਤਹਿਤ ਇਹਨੂੰ ਤਾਜ਼ੀਰਾਤੇ ਹਿੰਦ ਫਲਾਨਾ ਫਲਾਨਾ ਕਈ ਕੁਛ ਕਹਿੰਦੇ ਨੇ, ਵੀ ਸਾਨੂੰ ਨਹੀਂ ਇੰਨਾ ਨੌਲੇਜ ਉਹਦਾ, ਪਰ ਇੰਨਾ ਜ਼ਰੂਰ ਕਹਿੰਦੇ ਨੇ ਵੀ ਇਹਨੂੰ ਇਸ ਧਾਰਾ ਦੇ ਮੁਤਾਬਕ ਇਹ ਸਾਰੀ ਜ਼ਿੰਦਗੀ ਦੀ ਉਮਰ ਕੈਦ, ਜਾਂ ਇਹਨੂੰ ਫਾਂਸੀ ਦੀ ਸਜ਼ਾ, ਜਾਂ ਇਹਨੂੰ ਆਹ ਚੀਜ਼ ਦੀ ਸਜ਼ਾ ਦਿੱਤੀ ਜਾਂਦੀ। ਅੱਖਰ ਉਹੀ ਹੁੰਦੇ ਨੇ, ਪਰ ਅੱਖਰਾਂ ਵਿੱਚ ਫਰਕ ਹੈ। ਅੱਖਰ ਉਹੀ ਹੁੰਦੇ ਨੇ ਜਿਹਦੇ ਨਾਲ ਰੱਬ ਮਿਲ ਜਾਂਦਾ, ਅੱਖਰ ਉਹੀ ਹੁੰਦੇ ਨੇ ਜਿਹਦੇ ਨਾਲ ਰੱਬ ਤੋਂ ਵਿਛੋੜਾ ਹੋ ਜਾਂਦਾ। ਸੋ ਬੋਲ ਅਬੋਲ ਮਦ ਹੈ ਸੋਈ, ਪਰਮਾਤਮਾ ਵਿੱਚ ਲੀਨ ਕਰਨ ਵਾਲੇ ਵੀ ਬੋਲ ਹੀ ਹਨ। ਤੇ ਇਹ ਹਰ ਚੀਜ਼, ਹਰ ਅਵਸਥਾ ਜਿਹੜੀ ਹੈ, ਇਹ ਬੋਲਾਂ ਦੇ ਨਾਲ ਅਸੀਂ ਬਿਆਨ ਕਰ ਸਕਦੇ ਹਾਂ। ਖੁਸ਼ੀ ਨੂੰ ਬੋਲਾਂ ਦੇ ਨਾਲ ਬਿਆਨ ਕਰਦੇ ਹਾਂ, ਚਾਹੇ ਬੋਲ ਕੇ, ਚਾਹੇ ਲਿਖ ਜਾਂਦੇ ਨਾ। ਤੇ ਅਸੀਂ ਜਿਹੜੀ ਆਪਣੀ ਨਾਰਾਜ਼ਗੀ ਹੈ, ਉਹ ਵੀ ਪੱਤਰ ਰਾਹੀਂ ਬੋਲ ਕੇ ਅਸੀਂ ਇਹਦਾ ਇਜ਼ਹਾਰ ਕਰ ਸਕਦੇ ਹਾਂ, ਲਿਖ ਕੇ ਵੀ ਦੱਸ ਸਕਦੇ ਹਾਂ, ਬੋਲ ਕੇ ਵੀ, ਮੈਸੇਜ ਰਾਹੀਂ ਵੀ। ਬੋਲਿਆ ਬੋਲ ਮਦ ਹੈ ਸੋਈ, ਜੈ ਜਸ ਉਹ ਹੈ ਤਸ ਲਖੇ ਨਾ ਕੋਈ। ਮਹਾਰਾਜ ਜੀ ਕਹਿੰਦੇ ਜਿਹੋ ਜਿਹਾ ਉਹ ਪ੍ਰਮਾਤਮਾ ਹੈ, ਉਹ ਜਿਹਾ ਕੋਈ ਅੱਖਰਾਂ ਰਾਹੀਂ ਬਿਆਨ ਨਹੀਂ ਕਰ ਸਕਦਾ। ਜਿਹੋ ਜਿਹਾ ਪ੍ਰਮਾਤਮਾ ਹੈ, ਉਹ ਜਿਹਾ ਕੋਈ ਅੱਖਰਾਂ ਦੇ ਨਾਲ ਕਹਿੰਦੇ ਨੇ ਵੀ ਉਹ ਬਿਆਨ ਨਹੀਂ ਕਰ ਸਕਦਾ। ਸਾਤ ਸਮੁੰਦਰ ਮਸ ਕਰੋ, ਸੱਤਾਂ ਸਮੁੰਦਰਾਂ ਦੀ ਭਗਤ ਕਬੀਰ ਜੀ ਕਹਿੰਦੇ ਸ਼ਾਹੀ ਬਣਾ ਲਓ। ਸਾਤ ਸਮੁੰਦਰ ਮਸ ਕਰੋ, ਕਲਮ ਕਰੋ ਬਨ ਰਾਏ, ਮਤਲਬ ਜਿੰਨੀ ਬਨਸਪਤੀ ਹੈ ਨਾ, ਜਿੰਨੇ ਦਰਖਤ ਨੇ, ਸਾਰਿਆਂ ਦੀਆਂ ਕਲਮਾਂ ਘੜ ਲਓ।
ते सत समुद्रां दी छही बना लो। कबीर सात समुंदर मस करो, कलम करो बनराए, बसुदा कागज जो करो। हर जस लिखना, जिन्नी धरती नूं कागज बना लो। ते हरि दा जस जिहड़ा है वो तुसीं लिख नहीं सकदे। कहंदे इन्ना वड्डा परमात्मा दा नाम है। इन्हां अखरां दे नाल जे कोई कहे मैं रब नूं बयान कर दवां, सतसंग जी अखर मुक जांदे ने। देखो मैं पहला बेनती की, चिरां बाद किसी घर पुत्र जम्मिया होवे ना, ਉਹ ਪਹਿਲਾਂ ਤੇ ਵਿਚਾਰਾ ਅੱਖਰਾਂ ਨਾਲ ਦੋ ਚਾਰ ਕਹਿੰਦਾ, ਬਾਅਦ ਵਿੱਚ ਉਹ ਛਾਲਾਂ ਮਾਰਦਾ, ਭੰਗੜਾ ਪਾਉਂਦਾ ਔਰ ਉਹਦਾ ਰੋਣਾ ਨਿਕਲ ਜਾਂਦਾ। ਉਹਦੀ ਜਵਾਨ ਕੰਬਣ ਲੱਗ ਪੈਂਦੀ, ਉਹਦੇ ਕੋਲ ਬੋਲ ਹੀ ਨਹੀਂ ਨਿਕਲਦੇ। ਜਦੋਂ ਕਿਸੇ ਨੂੰ ਖੁਸ਼ੀ ਦੇ ਪਲ ਆਉਂਦੇ ਨੇ, ਤੁਸੀਂ ਦੇਣਾ ਉਹਦੀ ਜਵਾਨ ਅੱਖਰ ਛੱਡ ਜਾਂਦੀ ਹੈ। ਧਿਆਨ ਦੇਣਾ, ਚਾਹੇ ਦੁੱਖ ਹੋਵੇ ਚਾਹੇ ਸੁੱਖ ਹੋਵੇ, ਜ਼ੁਬਾਨ ਅੱਖਰਾਂ ਨੂੰ ਫੜ ਕੇ ਨਹੀਂ ਰੱਖ ਸਕਦੀ। ਜਦ ਪ੍ਰੇਮ ਪ੍ਰਗਟ ਹੁੰਦਾ, ਜਦ ਦੀਦਾਰ ਹੋਏ ਨਾ ਗੁਰੂਆਂ ਦੇ, ਸਮਾਂ ਹੋ ਗਿਆ ਹੁਣ ਨਹੀਂ ਆਪਾਂ ਸਾਖੀ ਕੋਈ ਲਾਣੀ। ਜਦੋਂ ਸਤਿਗੁਰਾਂ ਦੇ ਦੀਦਾਰ ਹੋਏ ਨਾ, ਫਿਰ ਅੱਖਰ ਨਹੀਂ ਸੀ, ਫਿਰ ਅੱਖਾਂ ਦੇ ਵਿੱਚੋਂ ਜਿਹੜਾ ਵਗਦਾ ਨੀਰ ਸੀ ਨਾ, ਉਹੀ ਗਵਾਹੀ ਭਰਦਾ ਸੀ। ਬਿਨ ਦੇਖੇ ਹੋਂ ਰਹਿ ਨਾ ਸਕਾਂ, ਬਿਨ ਪ੍ਰੀਤਮਾ ਮੈਂ ਨੀਰ ਵਹੇ ਵਹਿ ਚੱਲੇ ਜੀਓ। ਜਿੰਨੇ ਵੀ ਗੁਰੂਆਂ ਦਾ ਸਿੱਖਾਂ ਦੇ ਨਾਲ ਮੇਲ ਹੋਇਆ ਨਾ, ਸਿੱਖਾਂ ਦਾ ਗੁਰੂ ਸਾਹਿਬ ਦੇ ਨਾਲ ਮੇਲ ਹੋਇਆ ਨਾ, ਚਿਰਾਂ ਬਾਅਦ ਹੋਇਆ, ਪਹਿਲਾਂ ਹੋਇਆ, ਅੱਖਰ ਉੱਥੇ ਕੋਈ ਨਹੀਂ ਬੋਲੇ ਜਾਂਦੇ ਸੀ। ਜਦ ਆਪਣੇ ਪੱਟ ਦੇ ਉੱਪਰ ਭਾਈ ਮਹਾਂ ਸਿੰਘ ਦਾ ਸੀਸ ਰੱਖਿਆ ਸੀ, ਉੱਥੇ ਅੱਖਰ ਤੇ ਬੰਦ ਸੀ, ਉੱਥੇ ਅੱਖਰ ਨਹੀਂ ਸੀ ਬੋਲੇ ਜਾਂਦੇ। ਤੇ ਇਧਰ ਨੇਤਰਾਂ ਵਿੱਚੋਂ ਜਲ ਲਿਖਿਆ ਦਸ਼ਮੇਸ਼ ਪਿਤਾ ਦੇ। ਇਹ ਉਹ ਨਹੀਂ, ਦੂਜੀ ਨਾ ਗੱਲ ਸਮਝਣੀ ਰੋਣ ਵਾਲੀ। ਜਿਹੜਾ ਪ੍ਰੇਮ ਜਦੋਂ ਪ੍ਰਗਟ ਹੁੰਦਾ, ਜਦੋਂ ਅੰਦਰ ਕਿਤੇ ਬਰਾਗ ਆਉਂਦਾ ਨਾ, ਉਹ ਜਲ ਵਿੱਚ ਤੇ ਰੋਣ ਵਾਲੇ ਜਲ ਦੇ ਵਿੱਚ ਫਰਕ ਹੈ। ਇਧਰ ਭਾਈ ਮਹਾਂ ਸਿੰਘ ਦੀਆਂ ਅੱਖਾਂ ਦੇ ਵਿੱਚੋਂ ਨੀਰ ਸੀ, ਤੇ ਉਧਰ ਦਸ਼ਮੇਸ਼ ਪਿਤਾ ਦੀਆਂ ਅੱਖਾਂ ਦੇ ਵਿੱਚੋਂ ਨੀਰ, ਦੋਨਾਂ ਦਾ ਟੱਚ ਹੁੰਦਾ ਪਿਆ ਸੀ। ਉੱਥੇ ਅੱਖਰ ਚੱਲ ਹੀ ਨਹੀਂ ਰਹੇ ਸੀ, ਉੱਥੇ ਪ੍ਰੇਮ ਹੀ ਪ੍ਰੇਮ। ਪ੍ਰੇਮ ਦੇ ਸਾਗਰ ਦੇ ਵਿੱਚ ਸਾਧ ਸੰਗਤ ਜੀ ਚੁਭੀਆਂ ਲੱਗ ਰਹੀਆਂ ਸਨ। ਸੋ ਅੱਖਰਾਂ ਦੇ ਨਾਲ ਰੱਬ ਦੀ ਸਿਫਤ ਜਿਹੜੀ ਹੈ ਉਹ ਨਾ ਕਹੀ ਜਾ ਸਕਦੀ ਹੈ, ਨਾ ਸੁਣਾਈ ਜਾ ਸਕਦੀ ਹੈ। ਅੱਲਾਹ ਲਹੋ ਤੋ ਕਿਆ ਕਹੋ, ਕਹੋ ਤਾਂ ਕੋ ਉਪਕਾਰ। ਉਸ ਅਲੱਭ ਮਤਲਬ ਜਿਹੜਾ ਪਰਮਾਤਮਾ ਲੱਭਿਆ ਨਹੀਂ ਜਾ ਸਕਦਾ। ਕਹਿੰਦੇ ਮੈਂ ਉਸ ਅਲੱਭ ਪਰਮਾਤਮਾ ਨੂੰ ਬਿਆਨ ਨਹੀਂ ਕਰ ਸਕਦਾ। ਕਹਿੰਦੇ ਮੈਂ ਬਿਆਨ ਕਿੱਦਾਂ ਕਰਾਂ, ਉਹਨੂੰ ਏਡੇ ਵੱਡੇ ਨੂੰ ਮੈਂ ਕਿੱਦਾਂ ਬਿਆਨ ਕਰਾਂ। ਇਹ ਤੂੰ ਦਰਿਆਓ ਦਾਨਾ ਬੀਨਾ, ਮੈਂ ਮਛਲੀ ਕੈਸੇ ਅੰਤ ਲਹਾਂ। ਮੱਛੀ ਨੂੰ ਕੀ ਪਤਾ ਕਿ ਸਾਗਰ ਦੀ ਗਹਿਰਾਈ ਕੀ ਹੈ। ਬਟਕ ਬੀਜ ਮੈਂ ਰਵ ਰਹੇ ਹੋ, ਜਾਗੋ ਤੀਨ ਲੋਕ ਵਿਸਤਾਰ। ਬਟਕ ਕਹਿੰਦੇ ਨੇ ਬੋੜ। ਦੇਖੋ ਬੋੜ ਕਿੱਡਾ ਵੱਡਾ ਦਰਖਤ ਹੈ, ਬੋੜ ਦੇ ਵਿੱਚ ਬੀਜ ਹੈ, ਬੀਜ ਵਿੱਚ ਬੋੜ ਹੈ। ਬੋੜ ਲਿਖਿਆ ਬਟਕ ਬੀਜ ਮੈਂ ਰਵ ਰਹੇ ਹੋ, ਬੋੜ ਦੇ ਵਿੱਚ ਬੀਜ ਹੈ, ਬੋੜ ਦਾ, ਤੇ ਬੀਜ ਦੇ ਵਿੱਚ ਕਿੱਡਾ ਵੱਡਾ ਬੋੜ ਹੈ, ਪਰ ਉਹ ਪਤਾ ਨਹੀਂ ਲੱਗਦਾ। ਇਹਦੇ ਜਦੋਂ ਪ੍ਰਗਟ ਹੁੰਦਾ ਫਿਰ ਉਸ ਨੂੰ ਪਤਾ ਲੱਗਦਾ। ਅਲੇ ਲਹੰਤਾ ਭੇਦ ਸ਼ੈ ਕਛ ਕਛ ਪਾਇਓ ਭੇਦ। ਪ੍ਰਮਾਤਮਾ ਨੂੰ ਮਿਲਣ ਦਾ ਯਤਨ ਕਰਦਿਆਂ ਕਹਿੰਦੇ ਦੁਬਦਾ ਦਾ ਨਾਸ਼ ਹੋ ਗਿਆ। ਔਰ ਜਦੋਂ ਦੁਬਦਾ ਦਾ ਨਾਸ਼ ਹੋ ਗਿਆ, ਰਾਜ ਸਮਝ ਆਏ ਮੈਨੂੰ। ਰਾਜ ਭਗਤ ਕਬੀਰ ਜੀ ਕਹਿੰਦੇ ਜਦੋਂ ਦੁਬਦਾ ਦਾ ਨਾਸ਼ ਹੋ ਗਿਆ, ਮੈਨੂੰ ਰਾਜ ਸਮਝ ਆਏ। ਬੜੇ ਗੁੱਝੇ ਭੇਦ, ਜਿਹਨੂੰ ਰਮਜ਼ਾਂ ਕਹਿੰਦੇ ਨੇ, ਰਮਜ਼ਾਂ। ਮੈਨੂੰ ਰਮਜ਼ਾਂ ਦੀ ਸਮਝ ਆਈ ਹੈ, ਜਿਹੜੀ ਅੱਖਰਾਂ ਦੇ ਨਾਲ ਨਹੀਂ ਆਉਂਦੀ, ਪ੍ਰੇਮ ਦੇ ਨਾਲ ਆਉਂਦੀ ਹੈ। ਉਲਟ ਭੇਦ ਮਨ ਬੇਦਿਓ ਪਾਇਓ ਅਭੰਗ ਅਛੇਦ। ਆ ਜਿਹੜੇ ਅੱਖਰ ਨੇ ਨਾ, ਇਹ ਬਹੁਤ ਥੋੜੇ ਕਠਨ ਬੋਲਣ ਵਿੱਚ ਵੀ ਤੇ ਸਮਝਣ ਵਿੱਚ ਵੀ ਬਹੁਤ ਚੰਗੀ ਤਰ੍ਹਾਂ ਇਸ ਨੂੰ ਰੀਡ ਕਰਨਾ ਪੈਂਦਾ। ਉਲਟ ਭੇਦ ਮਨ ਬੇਦਿਓ ਪਾਇਓ ਅਭੰਗ ਅਛੇਦ। ਭੇਦ ਮਤਲਬ ਸੂਝ, ਉਲਟ ਮੈਨੇ ਭੇਦ। ਤੇ ਕਹਿੰਦੇ ਦੁਬਦਾ ਨੂੰ ਉਲਟਿਆਂ ਮਨ ਵਿਝ ਗਿਆ। ਮਤਲਬ ਦੁਬਦਾ ਜਦੋਂ ਭਾਂਡੇ ਵਿੱਚੋਂ ਬਾਹਰ ਗਈ, ਭਾਂਡੇ ਨੂੰ ਉਲਟਾ ਕੇ ਖਾਲੀ ਕੀਤਾ, ਦੁਬਦਾ ਨੂੰ ਬਾਹਰ ਕੱਢਿਆ, ਉਹ ਅਬਨਾਸ਼ੀ ਤੇ ਉਹ ਜਿਹੜਾ ਪਵਿੱਤਰ ਪ੍ਰਭੂ ਹੈ ਉਹ ਮੈਂ ਪ੍ਰਾਪਤ ਕਰ ਲਿਆ। ਇਹ ਉਲਟ ਭੇਦ ਮਨ ਬੇਦਿਓ ਪਾਇਓ ਅਭੰਗ ਅਛੇਦ। ਅਭੰਗ ਕਹਿੰਦੇ ਜਿਸ ਦਾ ਨਾਸ਼ ਨਾ ਹੋ ਸਕੇ, ਤੇ ਅਛੇਦ ਉਹ ਜਿਹੜਾ ਵਿੰਨਿਆ ਨਾ ਜਾ ਸਕੇ, ਉਹ ਪ੍ਰਮਾਤਮਾ ਮੈਂ ਅੰਦਰ ਪਾ ਲਿਆ। ਤੁਰਕ ਤਰੀਕਤ ਜਾਨੀਏ ਹਿੰਦੂ ਵੇਦ ਪੁਰਾਣ। ਤਰੀਕਤ ਤੁਰਕ ਦਾ ਮਤਲਬ ਹੁੰਦਾ ਵੀ ਚਲੋ ਮੁਸਲਮਾਨਾਂ ਦੇ ਵਿੱਚੋਂ ਅਸੀਂ ਕਹਿ ਸਕਦੇ ਹਾਂ। ਇਹ ਤਰੀਕਤ ਦਾ ਮਤਲਬ ਹੁੰਦਾ ਵੀ ਮੁਸਲਮਾਨ ਫਕੀਰ ਜਿਹੜੇ ਰੱਬ ਨੂੰ ਮਿਲਣ ਦੇ ਰਾਹ ਚਾਰ ਮੰਨਦੇ ਨੇ, ਚਾਰ ਰਾਹ। ਤਰੀਕਤ ਦਾ ਮਤਲਬ ਹੈ ਇੱਕ ਮੰਨਦੇ ਨੇ ਉਹ ਚਾਰ ਰਾਹਾਂ ਦੇ ਵਿੱਚੋਂ ਸ਼ਰੀਅਤ, ਮਾਰਫਤ ਤੇ ਹਕੀਕਤ, ਤੇ ਇੱਕ ਸ਼ਰੀਅਤ ਤੇ ਇੱਕ ਤਰੀਕਤ। ਸ਼ਰੀਅਤ, ਤਰੀਕਤ, ਮਾਰਫਤ ਤੇ ਹਕੀਕਤ। ਤੇ ਇੱਥੇ ਲਿਖਿਆ ਹੈ ਤਰੀਕਤ।
ਕਹਿੰਦੇ ਉਹ ਮੁਸਲਮਾਨ ਨੂੰ ਚੰਗਾ ਸਮਝਿਆ ਜਾਂਦਾ ਹੈ ਜਿਹੜਾ ਤਰੀਕਤ ਵਿੱਚ ਲੱਗਾ ਹੋਵੇ, ਤੇ ਹਿੰਦੂ ਉਸ ਨੂੰ ਚੰਗਾ ਸਮਝਿਆ ਜਾਂਦਾ ਹੈ ਤੁਰਕ ਤਰੀਕਤ ਜਾਣੀ ਹੈ। ਜਿਹੜਾ ਮੁਸਲਮਾਨ ਜੇ ਤਰੀਕਤ ਨੂੰ ਨਹੀਂ ਜਾਣਦਾ, ਮਤਲਬ 4 ਦਰਜੇ ਨੇ ਰੱਬ ਨੂੰ ਮਿਲਣ ਦੇ ਮੁਸਲਮਾਨਾਂ ਦੇ ਵਿੱਚ, ਜਿਹੜਾ ਤਰੀਕਤ ਦਾ ਰਸਤਾ ਨਹੀਂ ਜਾਣਦਾ ਉਸ ਨੂੰ ਪੁਰ ਨਹੀਂ ਗਿਣਿਆ ਜਾਂਦਾ। ਤੇ ਹਿੰਦੂ ਵੇਦ ਪੁਰਾਣ, ਤੇ ਜਿਹੜਾ ਹਿੰਦੂ ਵੇਦ ਪੁਰਾਣਾਂ ਦੀ ਖੋਜ ਨਹੀਂ ਕਰਦਾ, ਉਹਨਾਂ ਨੂੰ ਪੜ੍ਹਦਾ ਨਹੀਂ, ਉਹਨਾਂ ਦੇ ਸ਼ਲੋਕਾਂ ਨੂੰ ਸੁਣਦਾ ਨਹੀਂ, ਤੇ ਉਹ ਵੀ ਰੱਬ ਨੂੰ ਜਾਣ ਨਹੀਂ ਸਕਦਾ। ਇਸ਼ਾਰਾ ਸਾਨੂੰ ਵੀ ਹੈ। ਜਿਹੜਾ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸਮਝਦਾ ਨਹੀਂ, ਪੜ੍ਹਦਾ ਨਹੀਂ, ਖੋਜਦਾ ਨਹੀਂ, ਉਹ ਵੀ ਪ੍ਰਮਾਤਮਾ ਨੂੰ ਜਾਣ ਨਹੀਂ ਸਕਦਾ। ਆਖਰੀ ਪੰਕਤੀ, ਮਨ ਸਮਝਾਵਨ ਕਾਰਨੇ ਕਛੁਕ ਪੜੀਐ ਗਿਆਨ। ਸੋ ਮਹਾਰਾਜ ਜੀ ਕਹਿੰਦੇ ਮਨ ਨੂੰ ਸਮਝਾਉਣ ਦੇ ਲਈ ਥੋੜਾ ਬਹੁਤਾ ਵਿਚਾਰ ਕਰਿਆ ਕਰ, ਸੁਣਿਆ ਕਰ। ਮਨ ਸਮਝਾਵਨ ਕਾਰਨੇ ਕਛੁਕ ਪੜੀਐ ਗਿਆਨ। ਸ਼ਬਦ ਦੇ ਗਿਆਨ ਨੂੰ ਆਪਣੇ ਹਿਰਦੇ ਵਿੱਚ ਵਸਾ, ਸੁਣ, ਪੜ੍ਹ, ਤੇ ਫਿਰ ਬਾਅਦ ਵਿੱਚ ਸੁਣਾਈ ਵੀ ਜਾਈ। ਸੋ ਗੁਰੂ ਸਾਹਿਬ ਮਿਹਰ ਕਰਨ, ਕਿਰਪਾ ਕਰਨ। ਬਹੁਤ ਪਿਆਰੀਆਂ ਵਿਚਾਰਾਂ ਭਗਤ ਕਬੀਰ ਜੀ ਦੀਆਂ ਅੱਜ ਦੇ ਸ਼ਬਦ ਦੀਆਂ, ਜੋ ਸਤਿਗੁਰ ਨੇ ਆਪ ਹੀ ਕਿਰਪਾ ਕਰਕੇ ਸੇਵਾ ਲਈ। ਭੁੱਲਾਂ ਚੁੱਕਾਂ ਦੀ ਖੇਮਾ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ